ਦਨ ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਧੰਨ ਧੰਨ ਸਤਿਗੁਰੂ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਨ ਸੰਗਤ ਜੀ, ਆਪ ਜੀ ਆਪਾਂ ਸਾਰੇ ਹੀ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਪਵਿੱਤਰ ਜਸ ਵਡਿਆਈ ਸਰਵਣ ਕਰ ਰਹੇ ਹਾਂ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਸਤਿਗੁਰੂ ਜੀ ਦੀ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਟੁੱਟਾ ਤੇ ਜੋਧਾ ਦੋ ਸਿੱਖ ਨੇ ਜਿਹੜੇ ਮਹਾਰਾਜ ਜੀ ਦੇ ਕੋਲ ਆਏ ਜੀ। ਆ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਆਪ ਜੀ ਦਾ ਬਚਨ ਹੈ ਮਨ ਇਕਾਗਰ ਕਰਕੇ ਭਜਨ ਕਰਨਾ ਚਾਹੀਦਾ ਹੈ। ਮਹਾਰਾਜ ਮਨ ਕਿਵੇਂ ਇਕਾਗਰ ਹੋਵੇ? ਅਸੀਂ ਬੜਾ ਯਤਨ ਕਰਦੇ ਹਾਂ, ਮਨ ਇਕਾਗਰ ਨਹੀਂ ਹੁੰਦਾ। ਸਤਿਗੁਰੂ ਕਿਰਪਾ ਕਰੋ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਪਦੇਸ਼ ਬਖਸ਼ਿਸ਼ ਕੀਤਾ। ਮਹਾਰਾਜ ਕਹਿਣ ਲੱਗੇ, ਭਾਈ ਸਭ ਤੋਂ ਪਹਿਲੀ ਗੱਲ ਇਹ ਹੈ, ਮਨ ਦੇ ਸੁਭਾਅ ਦੇ ਉਲਟ ਰਹਿਣਾ ਹੈ ਜੀ। ਕਿਉਂ? ਮਨ ਮਾੜਾ ਕਰਦਾ ਜੀ, ਮਾੜਾ ਸੋਚਦਾ ਹੈ। ਜੇ ਭਜਨ 'ਚ ਮਨ ਲਾਉਣਾ ਚਾਹੁੰਦੇ ਆ ਤੇ ਜੋ ਮਨ ਉਲਟ ਸੋਚਦਾ ਹੈ ਇਹਦੇ ਤੋਂ ਉਲਟ ਚੱਲਣਾ ਹੈ ਜੀ। ਉਲਟੀ ਰੇ ਮਨ ਉਲਟੀ ਰੇ।
ਸਾਕਤ ਸਿਉ ਕਰ ਉਲਟੀ ਰੇ। ਮਹਾਰਾਜ ਕਹਿੰਦੇ ਮਨ ਦਾ ਸੁਭਾਅ ਹੈ ਗਲਤ ਪਾਸੇ ਜਾਣਾ। ਮਨ ਨੂੰ ਸਹੀ ਪਾਸੇ ਲੈ ਕੇ ਆਉਣ ਦਾ ਪਹਿਲਾਂ ਇਹ ਯਤਨ ਕਰਨਾ, ਫਿਰ ਹੌਲੀ ਹੌਲੀ ਵਿਚਾਰ ਕਰਦੇ ਰਹਿਣਾ ਮਨ 'ਚ ਚੰਗੀਆਂ ਗੱਲਾਂ ਦੀ। ਇਸ ਯਤਨ 'ਚ ਲੱਗੇ ਹੀ ਰਹਿਣਾ ਤੇ ਫਿਰ ਸਹਿਜੇ ਸਹਿਜੇ ਜਦੋਂ ਨਾਮ ਜਪਦੇ ਆ ਮਨ ਨੂੰ ਬਾਹਰ ਜਾਣ ਤੋਂ ਰੋਕਣਾ। ਮਹਾਰਾਜ ਕਹਿਣ ਲੱਗੇ ਰੋਕਣਾ ਹੈ ਜੀ। ਕੱਲ ਵੀ ਮੈਂ ਬੇਨਤੀ ਕੀਤੀ ਸੀ, ਗੁਰੂ ਸਾਹਿਬ ਜੀ ਨੇ ਭਾਈ ਜੋਧਾ ਤੇ ਟੁੱਟਾ ਜੀ ਨੂੰ ਆਖਿਆ ਇਹ ਕੰਮ ਤਾਂ ਬਣੇਗਾ ਜਦੋਂ ਤੁਸੀਂ ਅਭਿਆਸ ਕਰੋਗੇ, ਪ੍ਰੈਕਟਿਸ ਕਰੋਗੇ। ਕੱਜ ਕੇ ਆਖੋ ਵਾਹਿਗੁਰੂ। ਅਭਿਆਸ ਸਿੱਖ ਕਰੇਗਾ, ਵਾਹਿਗੁਰੂ 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 ਜਪੇਗਾ, ਪ੍ਰੈਕਟਿਸ ਕਰੇਗਾ ਤੇ ਸੰਗਤ ਜੀ ਉਹਦਾ ਭਲਾ ਹੋਏਗਾ ਜੀ, ਉਹਦਾ ਭਲਾ ਹੋਏਗਾ। ਸੋ ਆਪ ਜੀ ਨੇ ਇਹ ਕਥਾ ਸਰਵਣ ਕੀਤੀ, ਗੁਰਸਿੱਖ ਇਹ ਉਪਦੇਸ਼ ਸੁਣ ਕੇ ਫਿਰ ਸੰਗਤ ਜੀ ਇਸ ਪਾਸੇ ਲੱਗ ਗਏ ਜੀ, ਲੱਗ ਗਏ। ਹੁਣ ਆਪਾਂ ਵੀ ਕਥਾ ਅੱਗੋਂ ਸਰਵਣ ਕਰਨੀ ਹੈ, ਯਤਨ ਕਰਨਾ ਸਨੇ ਸਨੇ ਸਹਿਜੇ ਸਹਿਜੇ ਮਨ ਨੂੰ ਭਜਨ ਕਰਦਿਆਂ ਬਾਹਰ ਜਾਣ ਤੋਂ ਰੋਕਣਾ ਹੈ ਜੀ। ਬਾਣੀ ਪੜ੍ਹਦਿਆਂ ਮਨ ਨੂੰ ਬਾਹਰ ਜਾਣ ਤੋਂ ਰੋਕਣਾ ਹੈ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਮੰਝ ਕੇ ਸੰਗ ਪਿਰਾਣਾ ਆਇਓ। ਦੋ ਸਿੱਖ ਮਹਾਰਾਜ ਜੀ ਦੇ ਹਜ਼ੂਰ ਆਏ ਹੈ, ਇੱਕ ਹੈ ਭਾਈ ਮੰਝ ਜੀ, ਇੱਕ ਹੈ ਭਾਈ ਪਿਰਾਣਾ ਜੀ। ਜਦੋਂ ਦਰਬਾਰ ਸਾਹਿਬ ਦੀ ਸੇਵਾ ਦੇ ਪ੍ਰਸੰਗ ਚੱਲ ਰਹੇ ਸਨ ਉਦੋਂ ਇਹਨਾਂ ਦੋਵਾਂ ਸਿੱਖਾਂ ਦਾ ਜ਼ਿਕਰ ਆਇਆ ਸੀਗਾ ਜੀ। ਭਾਈ ਮੰਝ ਜੀ ਤੇ ਭਾਈ ਪਿਰਾਣਾ ਜੀ ਸਤਿਗੁਰੂ ਜੀ ਦੇ ਹਜ਼ੂਰ ਆਏ ਨੇ ਜੀ, ਦੋਵੇਂ ਅਵਸਥਾ ਵਾਲੇ ਨੇ। ਹਾਂਜੀ, ਸਤਿਗੁਰ ਆਗੇ ਸੀਸ ਨਿਵਾਇਓ। ਆ ਕੇ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਸਿਰ ਨਿਵਾਇਆ ਹੈ, ਮੱਥਾ ਟੇਕਿਆ ਹੈ। ਹਾਂਜੀ, ਦਿਓ ਉਪਦੇਸ਼ ਹੋਇ ਕਲਿਆਣੇ। ਉਪਦੇਸ਼ ਦਿੱਤਾ ਸੱਚੇ ਪਾਤਸ਼ਾਹ ਜੀ ਨੂੰ। ਗੱਜ ਕੇ ਆਖੋ ਵਾਹਿਗੁਰੂ। ਉਪਦੇਸ਼ ਮੰਗ ਰਹੇ ਨੇ ਮਹਾਰਾਜ ਕੋ। ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਹਾਰਾਜ ਉਪਦੇਸ਼ ਦਿਓ। ਜਦੋਂ ਇਹ ਪਹਿਲੀ ਵਾਰੀ ਆਏ ਸੀ ਨਾ, ਇਹ ਉਦੋਂ ਦੀ ਗੱਲ ਹੈ ਜੀ। ਹਾਂਜੀ, ਸ਼੍ਰੀ ਮੁਖ ਤੇ ਸ਼ੁਭ ਵਾਕ ਬਖਾਨੇ। ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਤੇ ਭਾਈ ਪਿਰਾਣੇ ਨੂੰ ਇੰਝ ਆਖਿਆ। ਹਾਂਜੀ, ਸਰਵਰ ਕੇ ਮੁਰੀਦ ਤੁਮ ਦੋਨੋਂ। ਮਹਾਰਾਜ ਕਹਿਣ ਲੱਗੇ ਤੁਸੀਂ ਦੋਵੇਂ ਸਰਵਰ ਦੇ ਚੇਲੇ ਹੋ। ਸਖੀ ਸਰਵਰੀਏ ਆ ਦੀਵੇ ਜਗਾਉਣੇ ਵੀਰਵਾਰ ਵਾਲੇ ਦਿਨ ਤੇ ਪੀਰਾਂ ਨੂੰ ਮੰਨਣਾ। ਜਿਹੜੇ ਅਸਲ ਮੁਸਲਮਾਨ ਹੈ ਨਾ ਉਹਨਾਂ ਨਾਲੋਂ ਇਹ ਚੀਜ਼ਾਂ ਹੋਰ ਨੇ ਜੀ। ਮੁਸਲਮਾਨ ਧਰਮ ਵੀ ਇਹਨਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦਾ ਜਿਹੜੇ ਸਰਵਰੀਏ ਕੰਮ ਕਰਦੇ ਆ ਜੀ। ਮਹਾਰਾਜ ਕਹਿੰਦੇ ਤੁਸੀਂ ਤੇ ਸਰਵਰੀਆਂ ਦੇ ਚੇਲੇ ਹੋ। ਹਾਂਜੀ, ਸਿੱਖੀ ਕਠਨ ਕਮਾਏ ਨਾ ਸੋਊ। ਸਿੱਖੀ ਬੜੀ ਔਖੀ ਹੈ, ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਤੁਹਾਡੇ ਕੋਲੋਂ ਕਮਾਈ ਨਹੀਂ ਜਾਣੀ। ਕਹਿਣ ਲੱਗੇ ਹੁਣ ਵੇਖੋ ਨਾ ਜੀ, ਚੇਲਾ ਕਿਸੇ ਹੋਰ ਦਾ ਹੋਵੇ, ਕਿਸੇ ਹੋਰ ਕੋਲ ਆ ਕੇ ਆਖੇ ਜੀ ਮੈਨੂੰ ਉਪਦੇਸ਼ ਦਿਓ, ਗੱਲ ਥੋੜੀ ਬਣਦੀ ਹੈ। ਹਾਂਜੀ, ਕਹਿਣ ਲੱਗੇ ਤੁਮ ਦਰਸ਼ਨ ਭਇਓ। ਤਬ ਤੇ ਹਮਰੋ ਮਨ ਫਿਰ ਗਇਓ। ਭਾਈ ਮੰਝ ਤੇ ਭਾਈ ਪਿਰਾਣਾ ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਸਰਵਰੀਆਂ ਦੇ ਚੇਲੇ ਸਾਂ, ਪਰ ਜਿਸ ਦਿਨ ਤੋਂ ਤੁਹਾਡੇ ਦਰਸ਼ਨ ਕੀਤੇ ਮਹਾਰਾਜ ਅਸੀਂ ਤੁਹਾਡੇ ਹੀ ਹੋ ਗਏ ਆ, ਤੁਹਾਡੇ ਹੋ ਗਏ ਆ ਸੱਚੇ ਪਾਤਸ਼ਾਹ। ਹਾਂਜੀ, ਹਿੰਦੂ ਜਨਮ ਹਮ ਤੁਰਕ ਮਨਾਵੇ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ, ਹਿੰਦੂ ਦੇ ਘਰ 'ਚ ਸਾਡਾ ਜਨਮ ਹੋਇਆ ਤੇ ਸਰਵਰੀਆਂ ਨੂੰ ਅਸੀਂ ਮੰਨਦੇ ਹਾਂ। ਹਾਂਜੀ, ਗਇਓ ਧਰਮ ਪਰ ਲੋਕ ਗਵਾਵੇ। ਮਹਾਰਾਜ ਅਸੀਂ ਤੇ ਕਿਸੇ ਵੀ ਪਾਸੇ ਦੇ ਨਾ ਰਹੇ, ਨਾ ਹਿੰਦੂ ਹੀ ਬਣ ਸਕੇ ਨਾ ਮੁਸਲਮਾਨ ਹੀ ਚੰਗੀ ਤਰ੍ਹਾਂ ਬਣ ਸਕੇ। ਤੇ ਸੰਗਤ ਜੀ ਜਿਹੜੇ ਸਿੱਖ ਹੋ ਕੇ ਸਿੱਖਾਂ ਦੇ ਬੱਚੇ ਕੇਸ ਕੱਟ ਲੈਂਦੇ ਆ, ਨਾਮ ਦੇ ਮਗਰ ਸਿੰਘ ਹੈ, ਉਹ ਵੀ ਨਾ ਸਿੱਖ ਚੰਗੀ ਤਰ੍ਹਾਂ ਬਣ ਪਾਉਂਦੇ ਨਾ ਹਿੰਦੂ ਹੀ ਬਣ ਪਾਉਂਦੇ ਜੀ। ਨਾ ਸਿੱਖ ਹੀ ਚੰਗੀ ਤਰ੍ਹਾਂ ਬਣੇ ਨਾ ਹਿੰਦੂ ਹੀ ਚੰਗੀ ਤਰ੍ਹਾਂ ਬਣੇ ਨੇ। ਜਿਹੜੇ ਹਿੰਦੂ ਘਰਾਣੇ ਦੇ ਆ ਉਹ ਗੁਰੂ ਸਾਹਿਬ ਕੋ ਆਉਣ, ਨਮਸਕਾਰ ਕਰਨ,
ਉਹਨਾਂ ਦਾ ਆਵਿਆ ਪ੍ਰਵਾਨ ਹੈ, ਉਹਨਾਂ ਨੂੰ ਮਹਾਰਾਜ ਬਖਸ਼ਦੇ ਹੈ ਸੱਚੇ ਪਾਤਸ਼ਾਹ। ਪਰ ਸਿੱਖਾਂ ਦੇ ਘਰ 'ਚ ਜਨਮ ਲਿਆ ਹੋਵੇ ਤੇ ਸਾਧ ਸੰਗਤ ਜੀ ਗੁਰੂ ਕੇ ਕੇਸ ਨਹੀਂ ਰੱਖੇ, ਤੇ ਫਿਰ ਉਹ ਨਾ ਸਿੱਖ ਨੇ ਨਾ ਹਿੰਦੂ ਨੇ, ਉਹ ਦੋਵੇਂ ਹੀ ਨਹੀਂ ਹੈਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਕਹਿਣ ਲੱਗੇ ਮਹਾਰਾਜ ਹਿੰਦੂ ਦੇ ਘਰ ਜਨਮ ਲਿਆ। ਹਿੰਦੂ ਸਨ ਨਾ, ਭਾਈ ਮੰਝ ਦਾ ਪਹਿਲਾ ਨਾਮ ਤੀਰਥਾ ਸੀ, ਹਿੰਦੂਆਂ ਵਾਲਾ ਜੀ। ਪੁਰਾਣਾ ਨਾਮ ਵੀ ਹਿੰਦੂਆਂ ਵਾਲਾ ਹੈ ਜੀ। ਤੇ ਮਹਾਰਾਜ ਨਾ ਹਿੰਦੂ ਹੀ ਬਣ ਸਕੇ ਨਾ ਮੁਸਲਮਾਨ ਹੀ ਚੰਗੀ ਤਰ੍ਹਾਂ ਬਣ ਸਕੇ। ਹਾਂਜੀ, ਸੁਨ ਗੁਰ ਕਹਿਓ ਜਾਓ ਨਿਜ ਧਾਮ। ਗੱਜ ਕੇ ਆਖੋ। ਮਹਾਰਾਜ ਕਹਿੰਦੇ ਜਾਓ ਭਾਈ ਜਾਓ, ਆਪਣੇ ਘਰ ਜਾਓ। ਹਾਂਜੀ, ਪ੍ਰਥਮ ਢਾਵੋ ਸੁਲਤਾਨ ਮੁਕਾਮ। ਪਹਿਲਾਂ ਘਰ ਵਿੱਚ ਜਿਹੜਾ ਪੀਰਖਾਨਾ ਬਣਾਇਆ, ਸੁਲਤਾਨ ਦਾ ਮੁਕਾਮ ਬਣਾਇਆ, ਜਾਓ ਉਹਨੂੰ ਢਾਹ ਦਿਓ। ਗੁਰੂ ਅਰਜਨ ਦੇਵ ਜੀ ਨੇ ਆਖਿਆ ਜੀ। ਹਾਂਜੀ, ਪੁੰਨ ਆਵੋ ਹਮ ਸਿੱਖ ਬਣਾਵੇਂ। ਢਾਹ ਕੇ ਆ ਜਿਓ, ਫਿਰ ਅਸੀਂ ਤੁਹਾਨੂੰ ਆਪਣੇ ਸਿੱਖ ਬਣਾ ਲਵਾਂਗੇ। ਹਾਂਜੀ, ਸ਼ੁਭ ਆਪਣੋ ਉਪਦੇਸ਼ ਬਤਾਵੇਂ। ਤੁਹਾਨੂੰ ਉਪਦੇਸ਼ ਵੀ ਦੱਸ ਦਿਆਂਗੇ, ਉਪਦੇਸ਼ ਵੀ ਦੇ ਦਿਆਂਗੇ। ਹਾਂਜੀ, ਸੁਨਤ ਜਾਏ ਤਿਸ ਥਾਨ ਬਿਦਾਰਾ। ਇਹ ਸੁਣ ਕੇ ਭਾਈ ਮੰਝ ਜੀ ਤੇ ਪੁਰਾਣਾ ਜੀ ਨੇ ਆਪੋ ਆਪਣੇ ਘਰਾਂ ਦੇ ਵਿੱਚ ਉਹ ਜਿਹੜੀ ਥਾਂ ਬਣਾਈ ਸੀ ਨਾ ਪਿਆਰੇ, ਉਹ ਥਾਂ ਢਾਹ ਦਿੱਤੀ ਜੀ। ਹਾਂਜੀ, ਗੁਰ ਢਿੱਗ ਆਏ ਪ੍ਰਸੰਗ ਉਚਾਰਾ। ਆ ਕੇ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਗੱਲ ਦੱਸੀ। ਮਹਾਰਾਜ ਤੁਸਾਂ ਸਾਨੂੰ ਆਖਿਆ, ਅਸੀਂ ਉਹ ਥਾਂ ਢਾਹ ਆਏ ਆ। ਹਾਂਜੀ, ਸ਼੍ਰੀ ਮੁਖ ਤੇ ਸੇਵਾ ਫਰਮਾਈ। ਹਾਂਜੀ, ਮੰਝ ਵਹਿਰ ਤੇ ਈਂਧਨ ਲਿਆਈ। ਤੇ ਸੰਗਤ ਜੀ ਭਾਈ ਮੰਝ ਦੀ ਪ੍ਰੀਖਿਆ ਵੀ ਹੋਈ ਸੀਗੀ ਜੀ। ਜੇ ਮੈਂ ਸਾਰੀ ਪ੍ਰੀਖਿਆ ਦੱਸਾਂ, ਕਥਾ ਤੁਸੀਂ ਸੁਣੀ ਹੈ, ਸਮਾਂ ਲੱਗ ਜਾਣਾ। ਪਰ ਸਿੱਖ ਬਣਨਾ ਬੜਾ ਔਖਾ ਜੇ। ਭਾਈ ਮੰਝ ਬਾਣੀ ਪੜ੍ਹਨ ਲੱਗ ਪਏ ਆਪਣੇ ਘਰ ਰਹਿ ਕੇ। ਇੱਕ ਦਿਨ ਮਹਾਰਾਜ ਨੇ ਹੁਕਮਨਾਮਾ ਭੇਜਿਆ ਜੀ ਇੱਕ ਸਿੱਖ ਦੇ ਹੱਥ। ਭਾਈ ਮੰਝ ਨੂੰ ਨਾ ਪਿੰਡ ਵਾਲਿਆਂ ਨੇ ਧੱਕੇ ਮਾਰ ਕੇ ਕੱਢ ਦਿੱਤਾ ਸੀਗਾ ਜੀ। ਕਹਿੰਦੇ ਸੀ ਤੂੰ ਸਰਵਰੀਆ ਹੋ ਕੇ ਗੁਰੂ ਦਾ ਸਿੱਖ ਬਣ ਗਿਆ, ਅਸੀਂ ਨਹੀਂ ਤੈਨੂੰ ਰੱਖਣਾ। ਗਰੀਬੀ ਆ ਗਈ। ਕਈ ਕਹਿੰਦੇ ਸਰਵਰੀਏ ਨੇ ਕਰੋਪੀ ਕਰ ਦਿੱਤੀ ਹੈ, ਗਰੀਬੀ ਆ ਗਈ। ਭਾਈ ਮੰਝ ਜੀ ਘਾਹ ਵੇਚ ਕੇ ਗੁਜ਼ਾਰਾ ਕਰਨ ਲੱਗੇ। ਇੱਕ ਜਵਾਨ ਧੀ ਹੈ ਭਾਈ ਮੰਝ ਦੀ, ਪਤਨੀ ਹੈ। ਗੁਰੂ ਸਾਹਿਬ ਮਹਾਰਾਜ ਨੇ ਸਿੱਖ ਨੂੰ ਭੇਜਿਆ ਹੁਕਮਨਾਮਾ ਦੇ ਕੇ। ਸਤਿਗੁਰੂ ਕਹਿਣ ਲੱਗੇ, ਸਿੱਖਾ ਆਹ ਹੁਕਮਨਾਮਾ ਭਾਈ ਮੰਝ ਨੂੰ ਦੇ ਦੇ, ਜਾ ਕੇ ਕਹੀਂ ਆਹ ਹੁਕਮਨਾਮਾ ਪੜ੍ਹੋ। ਪਰ ਹੁਕਮਨਾਮਾ ਲੈਣ ਤੋਂ ਪਹਿਲਾਂ 20 ਰੁਪਈਏ ਲੈਣੇ ਹੀ। ਸਿੱਖ ਚਲੇ ਗਿਆ। ਭਾਈ ਮੰਝ ਜੀ ਨੂੰ ਆਖਿਆ, ਭਾਈ ਮੰਝ ਗੁਰੂ ਸਾਹਿਬ ਨੇ ਹੁਕਮਨਾਮਾ ਭੇਜਿਆ। ਭਾਈ ਮੰਝ ਜੀ ਨੂੰ ਚਾਅ ਚੜ੍ਹ ਗਿਆ ਵੀ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਹੁਕਮਨਾਮਾ ਭੇਜਿਆ। ਕਹਿੰਦੇ ਫਿਰ ਦੇ ਹੁਕਮਨਾਮਾ। ਕਹਿੰਦੇ ਨਹੀਂ ਪਿਆਰਿਆ, ਐਵੇਂ ਨਹੀਂ ਹੁਕਮਨਾਮਾ ਮਿਲਣਾ, 20 ਰੁਪਈਏ ਦੇ ਪਹਿਲਾਂ। ਭਾਈ ਮੰਝ ਜੀ ਆਪਣੀ ਘਰ ਵਾਲੀ ਨਾਲ ਗੱਲ ਕਰਦੇ ਆ। ਸਿੱਖ ਨੂੰ ਝੁੱਗੀ 'ਚ ਲੈ ਕੇ ਚੌਂਪੜੀ 'ਚ ਜਿੱਥੇ ਰਹਿੰਦੇ ਸੀ, ਘਰ ਵਾਲੀ ਨੂੰ ਕਹਿਣ ਲੱਗੇ, ਭਾਗਵਾਨੇ ਗੁਰੂ ਅਰਜਨ ਦੇਵ ਜੀ ਦਾ ਹੁਕਮਨਾਮਾ ਆਇਆ, ਪਰ ਹੁਕਮਨਾਮਾ ਥੋੜ੍ਹਾ ਮਹਿੰਗਾ ਹੈ, 20 ਰੁਪਈਆਂ ਦਾ ਹੈ। 20 ਰੁਪਈਏ ਸਾਡੇ ਕੋਲ ਹੈ ਨਹੀਂ, ਹੁਕਮਨਾਮਾ ਕਿਵੇਂ ਲਈਏ? ਤੇ ਸੰਗਤ ਜੀ ਬੀਬੀਆਂ ਧਿਆਨ ਨਾਲ ਸੁਣਿਓ। ਭਾਈ ਮੰਝ ਦੀ ਘਰ ਵਾਲੀ ਕਹਿੰਦੀ, ਪਤੀ ਜੀ ਗੁਰੂ ਅਰਜਨ ਦੇਵ ਜੀ ਦਾ ਹੁਕਮਨਾਮਾ ਆਇਆ ਹੈ, ਗੁਰੂ ਦੀ ਚਿੱਠੀ ਆਈ ਹੈ, 20 ਰੁਪਈਏ ਕੋਈ ਵੱਡੀ ਗੱਲ ਨਹੀਂ ਹੈ। ਜਿੰਦ ਵਾਰ ਕੇ ਵੀ ਗੁਰੂ ਦਾ ਹੁਕਮਨਾਮਾ ਲੈਣਾ ਪਵੇ ਤੇ ਲੈ ਲੈਣਾ ਚਾਹੀਦਾ ਹੈ ਜੀ। ਉਹ ਇੱਕ ਸ਼ਾਹੂਕਾਰ ਦੇ ਘਰ ਗਈ, ਉਹਦੇ ਕੋਲ ਪੈਸੇ ਲਏ, ਕਹਿਣ ਲੱਗੀ ਮੈਂ ਤੁਹਾਡੇ ਘਰ ਕੰਮ ਕਰ ਦਿਆ ਕਰਾਂਗੀ। 20 ਰੁਪਈਏ ਸਿੱਖ ਨੂੰ ਦਿੱਤੇ। ਹੁਕਮਨਾਮਾ ਲੈ ਕੇ ਪੜ੍ਹਿਆ। ਹੁਕਮਨਾਮੇ 'ਚ ਲਿਖਿਆ ਸੀ, ਭਾਈ ਮੰਝ ਹੁਕਮਨਾਮਾ ਪੜ੍ਹਦੇ ਹੀ ਸਾਡੇ ਕੋਲ ਆ ਜਾ। ਭਾਈ ਮੰਝ ਜੀ ਜਵਾਨ ਧੀ ਘਰ 'ਚ ਛੱਡੀ ਹੈ, ਆ ਗਏ ਜੀ। ਮਹਾਰਾਜ ਨੇ ਪ੍ਰੀਖਿਆ ਲਈ ਜੀ। ਜਦੋਂ ਭਾਈ ਮੰਝ ਜੀ ਆਏ, ਸੱਚੇ ਪਾਤਸ਼ਾਹ ਨੇ ਧਿਆਨ ਹੀ ਨਹੀਂ ਦਿੱਤਾ ਜੀ। ਹੁਣ ਵੇਖੋ ਨਾ, ਤੁਸੀਂ ਸਭ ਕੁਝ ਛੱਡ ਕੇ ਕਿਸੇ ਵਾਸਤੇ ਆਏ ਹੋਵੋ, ਉਹ ਧਿਆਨ ਹੀ ਨਾ ਦਵੇ, ਬੰਦੇ ਨੂੰ ਮਹਿਸੂਸ ਹੁੰਦਾ ਹੈ।
ਆ ਥੋੜਾ ਜਿਹਾ ਕਿਸੇ ਦਾ ਫੋਨ ਨਾ ਚੁੱਕੀਏ, ਉਹ ਕਹਿ ਦਿੰਦੇ ਜੀ ਤੁਸੀਂ ਫੋਨ ਨਹੀਂ ਚੁੱਕਦੇ, ਲਾਮਾ ਦਿੰਦੇ ਆ। ਪਰ ਜਿਨੇ ਸਭ ਕੁਝ ਹੀ ਗੁਰੂ ਲਈ ਦਾਲ ਤੇ ਲਾਤਾ, ਤਿਆਗ ਦਿੱਤਾ, ਉਹ ਗੁਰੂ ਜੀ ਦੇ ਚਰਨਾਂ 'ਚ ਆਇਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਧਿਆਨ ਹੀ ਨਾ ਦਿੱਤਾ ਜੀ, ਕੇਵਲ ਉਹਦੀ ਪ੍ਰੀਖਿਆ ਲੈਣ ਦੀ। ਭਾਈ ਮੰਝ ਜੀ ਉੱਥੇ ਰਹੇ। ਕੁਝ ਦਿਨਾਂ ਬਾਅਦ ਮਹਾਰਾਜ ਨੇ ਹੁਕਮ ਕੀਤਾ, ਉਹ ਸੁਣਿਓ, ਸ਼੍ਰੀ ਮੁਖ ਤੇ ਸੇਵਾ ਫੁਰਮਾਈ। ਮਹਾਰਾਜ ਨੇ ਆਪਣੇ ਮੁਖ ਤੋਂ ਫੁਰਮਾਇਆ ਜੀ ਸੇਵਾ ਕਰਨ ਵਾਸਤੇ। ਹਾਂਜੀ, ਮੰਝ ਵਹਿਰ ਤੇ ਈਂਧਨ ਲਿਆਈ। ਮਹਾਰਾਜ ਕਹਿਣ ਲੱਗੇ, ਮੰਝ ਬਾਹਰੋਂ ਲੱਕੜਾਂ ਤੂੰ ਲੈ ਕੇ ਆਇਆ ਕਰਨੀਆਂ, ਲੰਗਰ ਵਾਸਤੇ ਲੱਕੜਾਂ ਤੂੰ ਲੈ ਕੇ ਆਇਆ ਕਰਨੀਆਂ। ਇਸ ਕੰਮ ਤੋਂ ਪਹਿਲਾਂ ਵੀ ਸੰਗਤ ਦੀ ਬੜੀ ਪ੍ਰੀਖਿਆ ਹੋਈ ਸੀਗੀ। ਹਾਂਜੀ, ਤੂੰ ਚੁੱਲ੍ਹੇ ਝੋਕਣ ਪਰ ਰਹੋ। ਤੂੰ ਹੀ ਚੁੱਲ੍ਹਾ ਝੋਕਣ ਦਾ ਕੰਮ ਕਰਨਾ ਹੈ। ਹਾਂਜੀ, ਇਹ ਸਿੱਖਣ ਕੀ ਸੇਵਾ ਲਹੋ। ਇਸ ਤਰੀਕੇ ਨਾਲ ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਹਾਂਜੀ, ਅੰਤఃਕਰਨ ਸ਼ੁੱਧ ਹੋਏ ਜਬ। ਤੇ ਸੇਵਾ ਕਰਦਿਆਂ ਕਰਦਿਆਂ ਤੇਰਾ ਅੰਤঃਕਰਨ ਸ਼ੁੱਧ ਹੋ ਜਾਏਗਾ। ਅੰਤঃਕਰਨ ਮੈਂ ਉਸ ਦਿਨ ਵੀ ਦੱਸਿਆ ਸੀ, ਮਨ, ਬੁੱਧ, ਚਿੱਤ, ਹੰਕਾਰ, ਚਾਰ ਚੀਜ਼ਾਂ ਇਕੱਠੀਆਂ ਹੋਣ ਅੰਤঃਕਰਨ ਬਣਦਾ ਜੀ। ਹੁਣ ਥੋੜਾ ਜਿਹਾ ਧਿਆਨ ਦਿਓ, ਹੈ ਸਾਡੇ ਅੰਦਰ ਹੀ ਹੈ ਸਾਰਾ ਕੁਝ, ਪਰ ਅਸੀਂ ਧਿਆਨ ਨਹੀਂ ਦਿੰਦੇ ਜੀ, ਅਸੀਂ ਧਿਆਨ ਨਹੀਂ ਦਿੰਦੇ ਜੀ। ਹਾਂਜੀ, ਮਨ ਕੀ ਹੈ, ਬੁੱਧੀ ਕੀ ਹੈ, ਚਿੱਤ ਕੀ ਹੈ, ਹੰਕਾਰ ਕੀ ਹੈ, ਸਾਡਾ ਹੀ ਹੈ ਸਾਰਾ ਕੁਝ, ਅਸੀਂ ਧਿਆਨ ਨਹੀਂ ਦਿੰਦੇ। ਕਿਉਂ? ਸਾਰਾ ਧਿਆਨ ਬਾਹਰ ਹੈ। ਜਿਸ ਦਿਨ ਅੰਤਰਮੁਖੀ ਧਿਆਨ ਹੋਇਆ, ਇਹਨਾਂ ਚੀਜ਼ਾਂ ਦਾ ਪਤਾ ਲੱਗੇਗਾ। ਮਹਾਰਾਜ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਤੇਰਾ ਅੰਤঃਕਰਨ ਸ਼ੁੱਧ ਹੋ ਜਾਏਗਾ। ਗੱਜ ਕੇ ਆਖੋ ਵਾਹਿਗੁਰੂ। ਤੇਰਾ ਅੰਤঃਕਰਨ ਸ਼ੁੱਧ ਹੋ ਜਾਏਗਾ। ਹਾਂਜੀ, ਹਮ ਉਪਦੇਸ਼ ਬਤਾਵਹਿ ਤਬੈ। ਫਿਰ ਤੈਨੂੰ ਨਾਮ ਦੀ ਦਾਤ ਦਿਆਂਗੇ, ਕਹਿਣ ਲੱਗੇ, ਫਿਰ ਤੈਨੂੰ ਉਪਦੇਸ਼ ਦਿਆਂਗੇ। ਹੁਣ ਵੇਖ ਲਓ ਸੰਗਤ ਜੀ, ਪਹਿਲਾਂ ਸੇਵਾ ਕਰਨੀ ਪੈਂਦੀ ਹੈ, ਫਿਰ ਨਾਮ ਦੀ ਦਾਤ ਮਿਲਦੀ ਹੈ। ਬੰਦਾ ਕਹਿੰਦਾ ਸੇਵਾ ਕਰਾਂ ਨਾ, ਨਾਮ ਦੀ ਦਾਤ ਮਿਲ ਜੇ, ਗੱਲ ਨਹੀਂ ਬਣਨੀ। ਮੈਂ ਬੜੀ ਵਾਰੀ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ, ਕੌਲੀ ਤੇ ਹਿਲਾਉਣੀ ਪੈਣੀ ਜੀ। ਸੇਵਾ ਤੇ ਬੰਦਾ ਕਰਕੇ ਖੁਸ਼ ਨਹੀਂ ਹੈਗਾ ਜੀ। ਹਾਂਜੀ, ਆਖੇ ਮੈਂ ਬ੍ਰਹਮ ਗਿਆਨੀ ਬਣ ਜਾ, ਕਿੱਥੋਂ ਬ੍ਰਹਮ ਗਿਆਨੀ ਬਣ ਜਾਏਗਾ ਜੀ। ਮਹਾਰਾਜ ਕਹਿੰਦੇ ਤੇਰਾ ਮਨ ਜਦੋਂ ਸ਼ੁੱਧ ਹੋ ਜਾਏਗਾ ਨਾ, ਫਿਰ ਤੈਨੂੰ ਉਪਦੇਸ਼ ਦਿਆਂਗੇ, ਕਹਿਣ ਲੱਗੇ। ਹਾਂਜੀ, ਨਿਤ ਗੁਰ ਸ਼ਬਦ ਸੁਨੋ ਮਨ ਲਾਏ। ਹਰ ਰੋਜ਼ ਗੁਰਬਾਣੀ ਦਾ ਸ਼ਬਦ ਸੁਣਿਆ ਕਰ, ਮਨ ਲਾ ਕੇ, ਧਿਆਨ ਦੇ ਕੇ। ਮਹਾਰਾਜ ਕਹਿਣ ਲੱਗੇ, ਹਾਂਜੀ, ਕਥਾ ਕੀਰਤਨ ਹੋਏ ਜਿਸ ਥਾਏ। ਉਸ ਥਾਂ ਤੇ ਜਾਇਆ ਕਰੋ ਜਿੱਥੇ ਕਥਾ ਹੋ ਰਹੀ ਹੈ, ਜਿੱਥੇ ਕੀਰਤਨ ਹੋ ਰਿਹਾ ਹੈ, ਉੱਥੇ ਜਾਓਗੇ, ਬੈਠੋਗੇ, ਸੁਣੋਗੇ, ਭਲਾ ਹੋਏਗਾ ਤੁਹਾਡਾ। ਹਾਂਜੀ, ਸਿੱਖਨ ਝੂਠੇ ਬਾਸਨ ਜੋਏ। ਕਰੋ ਪਖਾਰਨ ਮਾਂਜਨ ਸੋਏ। ਸਿੱਖਾਂ ਦੇ ਝੂਠੇ ਭਾਂਡੇ ਜਿਹੜੇ ਆ ਉਹ ਧੋਇਆ ਕਰੋ, ਤੁਹਾਡਾ ਭਲਾ ਹੋਏਗਾ। ਸੰਗਤ ਜੀ, ਫਿਰ ਭਾਈ ਮੰਝ ਜੀ ਨੇ ਬੜੀ ਕਮਾਈ ਕੀਤੀ ਜੀ। 1 ਮਹੀਨਾ ਲਗਾਤਾਰ ਭਾਂਡੇ ਮਾਂਜਦੇ ਰਹੇ ਦਰਬਾਰ ਸਾਹਿਬ ਜੀ। ਲੱਕੜਾਂ ਲਿਆਉਣੀਆਂ ਤੇ ਭਾਂਡੇ ਮਾਂਜਣੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਏ, ਕਹਿੰਦੇ ਮੰਝ ਗੁਜ਼ਾਰਾ ਕਿਵੇਂ ਚੱਲਦਾ? ਭਾਈ ਮੰਝ ਕਹਿੰਦੇ ਮਹਾਰਾਜ ਸਾਰੀ ਦਿਹਾੜੀ ਭਾਂਡੇ ਮਾਂਜਦਾ। ਮਹਾਰਾਜ ਨੇ ਵੇਖਿਆ ਗੱਲਾਂ 'ਚ ਹਉਮੈ ਹੈਗੀ ਹੈ ਜੀ। ਗੱਜ ਕੇ ਆਖੋ ਇਹ ਬੜਾ ਬਰੀਕ ਮਾਰਗ ਹੈਗਾ ਸੰਗਤ ਜੀ। ਮਹਾਰਾਜ ਨੇ ਵੇਖਿਆ ਗੱਲਾਂ 'ਚ ਹਉਮੈ ਹੈਗੀ, ਹੰਕਾਰ ਝਲਕੰਦਿਆ। ਗੁਰੂ ਸਾਹਿਬ ਨੇ ਕਸਵੱਟੀ ਲਾਤੀ। ਮਹਾਰਾਜ ਕਹਿੰਦੇ ਮੰਝ ਖਾਂਦਾ ਕੀ ਹੁੰਨਾ? ਮਹਾਰਾਜ ਇੱਥੋਂ ਹੀ ਪ੍ਰਸ਼ਾਦਾ ਛਕਣਾ। ਮਹਾਰਾਜ ਕਹਿੰਦੇ ਇੱਥੇ ਹੀ ਸੇਵਾ ਕਰਕੇ, ਇੱਥੇ ਹੀ ਪ੍ਰਸ਼ਾਦਾ ਛਕ ਲਿਆ। ਸੇਵਾ ਥੋੜੀ ਤੂੰ ਕਰਦਾ, ਮਜ਼ਦੂਰੀ ਕਰਦਾ। ਚਲੋ ਜੀ ਭਾਈ ਮੰਝ ਫਿਰ ਮਹੀਨਾ ਨਹੀਂ ਮਹਾਰਾਜ ਨੇ ਕਵਾਇਆ ਉਹਨਾਂ ਨਾਲ ਜੀ। ਸੇਵਾ ਕਰਦੇ ਰਹੇ ਉਹ। ਫਿਰ ਅੰਤঃਕਰਨ ਸ਼ੁੱਧ ਹੋਇਆ ਜੀ, ਮਨ ਸ਼ੁੱਧ ਹੋਇਆ ਜੀ। ਮਹੀਨੇ ਕੁ ਬਾਅਦ ਗੁਰੂ ਅਰਜਨ ਸਾਹਿਬ ਫਿਰ ਆਏ, ਕਹਿੰਦੇ ਮੰਝ ਹੁਣ ਦੱਸ ਕਿਵੇਂ ਚੱਲਦਾ ਗੁਜ਼ਾਰਾ?
ਭਾਈ ਮੰਝ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਸਾਰਾ ਦਿਨ ਸੇਵਾ ਕਰਦਾ ਹਾਂ ਜੀ। ਬੋਲੀ ਬਦਲ ਗਈ ਨਾ। ਪਹਿਲਾਂ ਹਉਮੈ ਚ ਕਿਹਾ ਮੈਂ ਸੇਵਾ ਕਰਦਾ ਹਾਂ, ਹੁਣ ਕਹਿਣ ਲੱਗੇ ਤੁਹਾਡੀ ਕਿਰਪਾ ਨਾਲ ਸਾਰਾ ਦਿਨ ਸੇਵਾ ਕਰਦਾ ਹਾਂ। ਆਖੋ ਵਾਹਿਗੁਰੂ। ਵਾਹਿਗੁਰੂ। ਸਾਰਾ ਦਿਨ ਸੇਵਾ ਕਰਦਾ। ਤੇ ਮਹਾਰਾਜ ਕਹਿੰਦੇ ਮੰਝ ਛਕਦਾ ਕੀ ਹੈ? ਕਹਿੰਦੇ ਮਹਾਰਾਜ ਸੰਗਤਾਂ ਦਾ ਜਦੋਂ ਭਾਂਡੇ ਮਾਂਜੀਦੇ ਆ, ਕਿਸੇ ਦੀ ਪ੍ਰਸ਼ਾਦੇ ਚੋਂ ਵਾਹਿਗੁਰੂ ਥਾਲ ਚੋਂ ਪ੍ਰਸ਼ਾਦਾ ਮਿਲ ਜਾਂਦਾ, ਕਿਸੇ ਦੇ ਕੁਛ ਮਿਲ ਜਾਂਦਾ, ਜੂਠਾ ਛਕ ਲੈਂਦਾ। ਮਹਾਰਾਜ ਕਹਿੰਦੇ ਮੰਝ ਕੰਮ ਹੋਰ ਵਿਗੜ ਗਿਆ। ਮਹਾਰਾਜ ਕਿਵੇਂ? ਮਹਾਰਾਜ ਕਹਿੰਦੇ ਅੱਗੇ ਤੇ ਤੂੰ ਮਜ਼ਦੂਰੀ ਕਰਦਾ ਸੈਂ, ਹੁਣ ਤੂੰ ਪਸ਼ੂਆਂ ਤੇ ਪੰਛੀਆਂ ਦਾ ਹੱਕ ਮਾਰਨ ਲੱਗ ਪਿਆ, ਕੀੜਿਆਂ ਦਾ ਹੱਕ ਮਾਰਨ ਲੱਗ ਪਿਆ। ਮਹਾਰਾਜ ਕਿਵੇਂ? ਮਹਾਰਾਜ ਕਹਿੰਦੇ ਸੰਗਤ ਦਾ ਵਧਿਆ ਹੋਇਆ ਉਧਰ ਜਾਣਾ ਸਾਰਾ, ਉਹ ਤੂੰ ਛਕਣ ਲੱਗ ਪਿਆ। ਭਾਈ ਮੰਝ ਕਹਿੰਦੇ ਮਹਾਰਾਜ ਫਿਰ ਮੈਨੂੰ ਸਮਝ ਨਹੀਂ ਆਏਗੀ। ਮਹਾਰਾਜ ਕਹਿੰਦੇ ਕਿਰਤ ਕਰਿਆ ਕਰ। ਭਾਈ ਮੰਝ ਜੀ ਨੇ ਜੂਠੇ ਭਾਂਡੇ ਵੀ ਮਾਂਜਣੇ, ਲੱਕੜਾਂ ਵੀ ਲੈ ਕੇ ਆਉਣੀਆਂ, ਤੇ ਭਾਈ ਮੰਝ ਜੀ ਨੇ ਸਾਧ ਸੰਗਤ ਜੀ ਰੱਸੀਆਂ ਬਣਾ ਕੇ ਕਿਰਤ ਵੀ ਕਰਨੀ ਜੀ। ਕਿਰਤ ਵੀ ਕਰਨੀ। ਤੇ ਇੱਕ ਦਿਨ ਸੱਚੇ ਪਾਤਸ਼ਾਹ ਫੇਰ ਆਏ। ਮਹਾਰਾਜ ਕਹਿੰਦੇ ਮੰਝ ਹੁਣ ਕਿਵੇਂ ਗੁਜ਼ਾਰਾ ਚੱਲਦਾ? ਸੇਵਾ ਕਰ ਕਰਕੇ ਅੰਦਰ ਹੋਰ ਸ਼ੁੱਧ ਹੋਇਆ ਹੈਗਾ ਜੀ। ਕਹਿੰਦੇ ਮਹਾਰਾਜ ਤੁਸੀਂ ਆਪ ਹੀ ਸੇਵਾ ਕਰਾਉਂਦੇ ਹੋ। ਹੁਣ ਬੋਲੀ ਬਦਲ ਗਈ। ਇਹ ਨਹੀਂ ਕਿਹਾ ਵੀ ਮੈਂ ਕਰਦਾ ਤੁਹਾਡੀ ਕਿਰਪਾ ਨਾਲ, ਨਹੀਂ, ਤੁਸੀਂ ਆਪ ਸਾਰੀ ਦਿਹਾੜੀ ਸੇਵਾ ਕਰਾਉਂਦੇ ਹੋ। ਸਵੇਰੇ ਲੱਕੜਾਂ ਦੀ ਸੇਵਾ ਕਰਾਉਂਦੇ ਹੋ, ਰਾਤ ਮਹਾਰਾਜ ਰੱਸੀਆਂ ਬਣਾਉਣਾ, ਜਦੋਂ ਸਮਾਂ ਮਿਲਦਾ ਬਾਜ਼ਾਰ ਜਾ ਕੇ ਵੇਚਦਾ, ਉਹ ਜਿਹੜੇ ਪੈਸੇ ਮਿਲਦੇ ਆ ਉਹ ਛਕਦਾ ਹਾਂ। ਤੇ ਸਤਿਗੁਰੂ ਕਹਿਣ ਲੱਗੇ ਮੰਝ ਵੇਖੀ ਕਮਾਈ ਕਰਕੇ ਕੱਲਾ ਕੱਲਾ ਹੀ ਨਾ ਖਾ ਜਾਈ। ਆਖੋ ਵਾਹਿਗੁਰੂ। ਮਹਾਰਾਜ ਕੀ ਭਾਵ ਹੈ? ਮਹਾਰਾਜ ਕਹਿਣ ਲੱਗੇ ਵੀ ਸਿੱਖਾਂ ਨੂੰ ਵੀ ਦਿਆ ਕਰ, ਵੰਡ ਕੇ ਛਕਿਆ ਕਰ। 3 ਹਿੱਸੇ ਸਿੱਖਾਂ ਨੂੰ ਛਕਾ ਕੇ 1 ਹਿੱਸੇ ਆਪ ਛਕਿਆ ਕਰ, ਤੇ 1 ਹੀ ਪ੍ਰਸ਼ਾਦਾ ਭਾਈ ਮੰਝ ਦੀ ਦਿਹਾੜੀ ਦਾ ਛਕਦੇ ਹੁੰਦੇ ਸੀ ਫਿਰ ਜੀ, ਬਾਕੀ ਸਿੱਖਾਂ ਨੂੰ ਛਕਾ ਦੇਣਾ। ਸੇਵਾ ਕਰਨੀ ਦੀ। ਇੱਕ ਦਿਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਭਾਈ ਮੰਝ ਨੂੰ ਕਹਿਣ ਲੱਗੇ, ਮੰਝ ਜਦੋਂ ਦਾ ਤੂੰ ਸਾਡੇ ਕੋਲ ਆਇਆ ਦੁਖੀ ਹੋਇਆ, ਕਹਿਣ ਲੱਗੇ, ਤੇ ਮੰਝ ਹੁਣ ਤੂੰ ਜਾ, ਇੱਥੋਂ ਚਲੇ ਜਾ। ਤੇ ਭਾਈ ਮੰਝ ਜੀ ਕਹਿੰਦੇ ਸੱਚੇ ਪਾਤਸ਼ਾਹ ਜਾਨ ਤੇ ਕੱਢ ਲਓ, ਪਰ ਇਹ ਨਾ ਕਿ ਉਹ ਵੀ ਇੱਥੋਂ ਚਲੇ ਜਾ। ਮਹਾਰਾਜ ਕਹਿੰਦੇ ਮੰਝ ਤੂੰ ਟਿਕ ਗਿਆ, ਤੇਰਾ ਅੰਦਰ ਪੂਰਾ ਸ਼ੁੱਧ ਹੋ ਗਿਆ। ਸੰਗਤ ਜੀ ਜਿੰਨਾ ਚਿਰ ਤੱਕ ਸੋਨਾ ਅਸ਼ੁੱਧ ਹੁੰਦਾ ਹੈ ਨਾ, ਕੁਠਾਲੀ 'ਚ ਪਿਆ ਤੜਪਦਾ ਜੇ। ਜੇ ਤੁਹਾਡੇ 'ਚੋਂ ਕੋਈ ਸੋਨੇ ਦਾ ਕੰਮ ਕਰਦਾ ਹੋਵੇ ਉਹਨੂੰ ਪਤਾ ਹੋਣਾ, ਜਦੋਂ ਸੋਨਾ ਸ਼ੁੱਧ ਹੋ ਜਾਂਦਾ ਹੈ ਨਾ, ਫਿਰ ਥੱਲੇ ਤੇ ਅੱਗ ਹੁੰਦੀ ਹੈ ਪਰ ਉਹ ਟਿਕ ਜਾਂਦਾ ਹੈ ਜੀ। ਮਹਾਰਾਜ ਕਹਿੰਦੇ ਤੂੰ ਸੋਨੇ ਦੀ ਤਰ੍ਹਾਂ ਸ਼ੁੱਧ ਹੋ ਗਿਆ। ਲੱਕੜਾਂ ਵਾਲੀ ਸਾਖੀ ਤੁਹਾਨੂੰ ਪਤਾ ਹੀ ਹੈ। ਅੰਮ੍ਰਿਤ ਵੇਲੇ ਲੱਕੜਾਂ ਲੈਣ ਗਏ, ਖੂਹ 'ਚ ਡਿੱਗ ਗਏ। ਮਹਾਰਾਜ ਫਿਰ ਆਪ ਹੀ ਆਏ ਜੀ ਲੈਣ ਵਾਸਤੇ ਭਾਈ ਮੰਝ ਨੂੰ। ਖੂਹ 'ਚ ਖਲੋਤੇ, ਸਿਰ ਤੇ ਪਾਣੀ, ਵਾਹਿਗੁਰੂ ਸਿਰ ਤੇ ਲੱਕੜਾਂ, ਥੋੜਾ ਥੋੜਾ ਪਾਣੀ ਸੀਗਾ। ਖੂਹ 'ਚ ਖਲੋਤੇ ਬਾਣੀ ਪੜ੍ਹਨ ਦੇ, ਅਰਦਾਸ ਕੀਤੀ। ਗੁਰੂ ਅਰਜਨ ਸਾਹਿਬ ਨੰਗੇ ਪੈਰ ਦਰਬਾਰ ਸਾਹਿਬ ਤੋਂ ਭਾਈ ਮੰਝ ਦੇ ਖੂਹ ਤੇ ਆਏ ਜੀ, ਜੰਗਲ 'ਚ ਆਏ ਜੀ। ਮਹਾਰਾਜ ਕਹਿੰਦੇ ਰੱਸੀ ਲਮਕਾਓ ਹੇਠਾਂ। ਮਹਾਰਾਜ ਕਹਿੰਦੇ ਭਾਈ ਮੰਝ ਰੱਸੀ ਫੜ ਕੇ ਉੱਤੇ ਆ ਜਾ। ਭਾਈ ਮੰਝ ਕਹਿੰਦਾ ਮਹਾਰਾਜ ਪਹਿਲਾਂ ਲੱਕੜਾਂ ਲੈ ਲਓ, ਖਿੱਚ ਲਓ। ਇੱਕ ਸਿੱਖ ਕਹਿੰਦਾ ਲੱਕੜਾਂ ਥੱਲੇ ਸੁੱਟ, ਤੂੰ ਤਾਂ ਆ ਜਾ। ਕਈਆਂ ਨੂੰ ਆਦਤ ਹੁੰਦੀ ਹੈ ਵਿੱਚ ਬੋਲਣ ਦੀ ਜੀ। ਉਹ ਕਹਿੰਦਾ ਵੀ ਤੂੰ ਲੱਕੜਾਂ ਸੁੱਟ ਤੇ ਤਾਂ ਆ ਜਾ। ਭਾਈ ਮੰਝ ਕਹਿੰਦਾ ਮੇਰੀ ਸੇਵਾ ਹੈ, ਜਿਹਨੇ ਸੇਵਾ ਹੀ ਸੁੱਟ ਦਿੱਤੀ ਉਹਦੇ ਪੱਲੇ ਕੀ ਰਹਿ ਗਿਆ, ਮੈਂ ਨਹੀਂ ਸੁੱਟ ਸਕਦਾ। ਭਾਈ ਮੰਝ ਨੂੰ ਫਿਰ ਘੜੀਸ ਕੇ ਤਾਂ ਬਾਹਰ ਕੱਢਿਆ। ਜਦੋਂ ਭਾਈ ਮੰਝ ਜੀ ਬਾਹਰ ਆਏ, ਗੁਰੂ ਅਰਜਨ ਦੇਵ ਜੀ ਨੇ ਛਾਤੀ ਨਾਲ ਲਾਇਆ। ਛਾਤੀ ਨਾਲ ਲਾ ਕੇ ਕਹਿਣ ਲੱਗੇ ਮੰਝ ਲੋਕ ਮੈਨੂੰ ਜਹਾਜ਼ ਕਹਿੰਦੇ ਨੇ। ਗੁਰੂ ਅਰਜਨ ਦੇਵ ਜੀ ਜਹਾਜ਼ ਨੇ, ਪਰ ਮੰਝ ਅੱਗੇ ਤੂੰ ਮੈਨੂੰ ਪਿਆਰ ਕਰਦਾ ਸੈਂ, ਹੁਣ ਮੈਂ ਵੀ ਤੈਨੂੰ ਪਿਆਰ ਕਰਦਾ ਹਾਂ। ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ
ਬੋਹਿ ਥਾ। ਤੂੰ ਗੁਰੂ ਦਾ ਜਹਾਜ਼ ਹੈ, ਜਗ ਲੰਘਣ ਹਾਰਾ, ਜਿਹੜਾ ਤੇਰੇ ਨਾਲ ਜੁੜੇਗਾ ਉਹ ਵੀ ਤਰ ਜਾਏਗਾ। ਹਾਂਜੀ। ਸੁਨ ਕਰ ਸੇਵ ਲੱਗੇ ਹਰ ਖਾਏ। ਇਹ ਭਾਈ ਮੰਝ ਜੀ ਦਾ ਟੂਕ ਮਾਤਰ ਜੀਵਨ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਜਦੋਂ ਭਾਈ ਮੰਝ ਨੂੰ ਉਪਦੇਸ਼ ਮਿਲਿਆ, ਭਾਈ ਮੰਝ ਜੀ ਬੜੇ ਖੁਸ਼ ਹੋਏ ਜੀ। ਕਈ ਬੰਦਿਆਂ ਨੂੰ ਸੇਵਾ ਲਈ ਆਖੀਏ ਬੜਾ ਚਾਅ ਚੜ੍ਹਦਾ ਉਹਨਾਂ ਨੂੰ, ਬੜੇ ਖੁਸ਼ ਹੁੰਦੇ ਆ। ਕਈ ਵਿਚਾਰੇ ਦੂਰੇ ਤੀਰੇ ਹੁੰਦੇ ਆ। ਭਾਈ ਮੰਝ ਜੀ ਨੂੰ ਬੜਾ ਚਾਅ ਚੜਿਆ ਜੀ। ਸੁਨ ਕਰ ਸੇਵ ਲੱਗੇ ਹਰ ਖਾਏ, ਖੁਸ਼ ਹੋ ਕੇ ਸੇਵਾ 'ਚ ਲੱਗ ਗਏ। ਚਿਰੰਕਾਲ ਗੁਰ ਸੰਗਤ ਪਾਏ। ਬੜੀ ਲੰਮਾ ਸਮਾਂ ਫਿਰ ਭਾਈ ਮੰਝ ਜੀ ਨੇ ਅੰਮ੍ਰਿਤਸਰ ਰਹਿ ਕੇ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ 'ਚ ਸਮਾਂ ਸਫਲਾ ਕੀਤਾ ਜੀ। ਹਾਂਜੀ। ਭਾਇਓ ਪਿਰਾਣਾ ਸਿੱਧ ਵਿਸਾਲਾ। ਜਿਵੇਂ ਭਾਈ ਮੰਝ ਜੀ ਨੇ ਮਿਹਨਤ ਕੀਤੀ ਨਾ, ਉਵੇਂ ਭਾਈ ਪਿਰਾਣਾ ਜੀ ਨੇ ਵੀ ਮਿਹਨਤ ਕੀਤੀ ਜੀ। ਇਹ ਵੀ ਫਿਰ ਵੱਡੇ ਸਿੱਧ ਹੋਏ ਜੀ, ਵੱਡੇ ਸਿੱਧੀਆਂ ਵਾਲੇ ਹੋਏ ਜੀ। ਹਾਂਜੀ। ਬ੍ਰਹਮ ਗਿਆਨ ਲਹਿ ਸਦਾ ਸੁਖਾਲਾ। ਬ੍ਰਹਮ ਗਿਆਨੀ ਬਣੇ, ਬ੍ਰਹਮ ਗਿਆਨੀ ਜੀ, ਬ੍ਰਹਮ ਗਿਆਨੀ ਬਣੇ। ਬ੍ਰਹਮ ਗਿਆਨ ਦੀ ਦਾਤ ਇਹਨਾਂ ਨੂੰ ਪ੍ਰਾਪਤ ਹੋਈ ਜੀ। ਹਾਂਜੀ। ਅੰਤ ਪਰਅੰਤ ਰਹਿਓ ਗੁਰ ਤੀਰ। ਕਹਿੰਦੇ ਭਾਈ ਪਿਰਾਣਾ ਜੀ ਅੰਤਮ ਸਮੇਂ ਤੱਕ ਗੁਰੂ ਅਰਜਨ ਦੇਵ ਜੀ ਦੇ ਕੋਲ ਹੀ ਰਹੇ ਸਨ ਜੀ। ਆਖੋ ਧੰਨ ਭਾਈ ਪਿਰਾਣਾ ਜੀ। ਧੰਨ ਭਾਈ ਪਿਰਾਣਾ ਜੀ। ਮਹਾਰਾਜ ਲਾਹੌਰ ਗਏ ਜੀ ਸ਼ਹੀਦੀ ਦੇਣ ਵਾਸਤੇ, ਤੇ ਜਦੋਂ ਲਾਹੌਰ ਗਏ ਨਾ, ਉਦੋਂ ਭਾਈ ਪਿਰਾਣਾ ਜੀ ਨਾਲ ਸਨ ਗੁਰੂ ਅਰਜਨ ਦੇਵ ਜੀ ਦੇ। ਅੰਤਮ ਸਮੇਂ ਤੱਕ ਭਾਈ ਪਿਰਾਣਾ ਜੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਜੀ। ਹਾਂਜੀ। ਸੇਵੇ ਸ਼੍ਰੀ ਹਰਗੋਬਿੰਦ ਧੀਰ। ਭਾਈ ਪਿਰਾਣਾ ਜੀ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਵੀ ਸੇਵਾ ਕਰਦੇ ਰਹੇ। ਇੱਥੋਂ ਤੱਕ ਭਾਈ ਪਿਰਾਣਾ ਜੀ ਨੇ ਜੰਗਾਂ ਵਿੱਚ ਵੀ ਹੋ ਕੇ ਗੁਰੂ ਸਾਹਿਬ ਨਾਲ ਸੇਵਾ ਕੀਤੀ ਜੀ। ਹਾਂਜੀ। ਕਥਾ ਮੰਝ ਕੀ ਅਪਰ ਸਥਾਨ। ਭਾਈ ਮੰਝ ਦੀ ਕਥਾ ਕਹਿਣ ਲੱਗੇ ਪੂਰੀ ਮੈਂ ਪਿੱਛੇ ਲੇਖਾਂ ਆ, ਕਵੀ ਸੰਤੋਖ ਸਿੰਘ ਕਹਿੰਦੇ ਹੋ ਗਈ ਆ ਕਥਾ ਭਾਈ ਮੰਝ ਜੀ ਦੀ। ਵਰਣਨ ਕਰੀ ਸੁਨੋ ਸਿੱਖ ਕਾਨ। ਕਹਿਣ ਲੱਗੇ ਜਿੰਨੇ ਨਹੀਂ ਸੁਣੀ ਉਹ ਦੁਬਾਰਾ ਸੁਣ ਲਿਓ, ਪੜ੍ਹ ਲਿਓ, ਮੈਂ ਸਾਰੀ ਕਥਾ ਲਿਖ ਦਿੱਤੀ ਹੈ। ਉਹ ਜਦੋਂ ਭਾਈ ਮੰਝ ਜੀ ਨੂੰ ਗੁਰੂ ਸਾਹਿਬ ਨੇ ਵਰ ਦਿੱਤਾ ਨਾ, ਜਿਹੜਾ ਤੈਨੂੰ ਮਿਲੇਗਾ ਤਰੇਗਾ, ਤੇ ਮਹਾਰਾਜ ਕਹਿੰਦੇ ਭਾਈ ਮੰਝ ਜਿਸ ਪਿੰਡ ਦਾ ਚੌਧਰੀ ਸੈਂ ਵਾਪਸ ਚਲ ਜਾ ਉਸ ਪਿੰਡ 'ਚ। ਭਾਈ ਮੰਝ ਕਹਿੰਦੇ ਮਹਾਰਾਜ ਉਹਨਾਂ ਤੇ ਧੱਕੇ ਮਾਰ ਕੇ ਕੱਢਿਆ ਸੀ। ਮਹਾਰਾਜ ਕਹਿੰਦੇ ਹੁਣ ਸਾਡੀ ਮਿਹਰ ਹੋ ਗਈ ਹੈ, ਜਿਨ੍ਹਾਂ ਨੇ ਧੱਕੇ ਮਾਰ ਕੇ ਕੱਢਿਆ ਸੀ ਜੀ ਆਇਆਂ ਨੂੰ ਆਖਣਗੇ, ਕਹਿਣ ਲੱਗੇ ਸਾਡੀ ਮਿਹਰ ਹੋ ਗਈ ਤੇਰੇ ਤੇ, ਕਹਿਣ ਲੱਗੇ। ਇਸੇ ਤਰ੍ਹਾਂ ਹੋਇਆ ਜੀ ਫਿਰ। ਹਾਂਜੀ। ਹਮਜ਼ਾ ਜੱਜਾ ਮਿਲ ਜੁਗ ਭਰਾਤ। ਇਹ ਦੋ ਭਰਾ ਨੇ, ਇੱਕ ਭਰਾ ਦਾ ਨਾਮ ਹੈ ਹਮਜ਼ਾ, ਇੱਕ ਭਰਾ ਦਾ ਨਾਮ ਹੈ ਜੱਜਾ। ਹਾਂਜੀ। ਬਾਲਾ ਮਰਵਾਹਾ ਵਖਿਆਤ। ਭਾਈ ਬਾਲਾ, ਭਾਈ ਮਰਵਾਹਾ, ਇਹ ਵੀ ਬੜੇ ਮਸ਼ਹੂਰ ਸਿੱਖ ਨੇ। ਅਪਰ ਓਹਰੀ ਨਾਨੋ ਆਇਓ। ਭਾਈ ਓਹਰੀ ਤੇ ਭਾਈ ਨਾਨੋ ਇਹ ਸਾਰੇ ਸਿੱਖਾਂ ਦੇ ਨਾਮ ਨੇ। ਹਾਂਜੀ। ਸੂਰੀ ਹੁਤੋ ਚੌਧਰੀ ਗਾਇਓ। ਭਾਈ ਸੂਰੀ ਜੀ ਆਏ ਜਿਹੜੇ ਪਿੰਡ ਦੇ ਚੌਧਰੀ ਸਨ, ਸਾਰੇ ਇਕੱਠੇ ਹੋ ਕੇ ਪਹੁੰਚੇ ਸ਼੍ਰੀ ਅਰਜਨ ਕੇ ਪਾਸ। ਤੇ ਆਪ ਰੱਬ ਪਰਮੇਸ਼ਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਜੀ। ਬੰਦਨ ਕਰੀ ਭਾਖੀ ਅਰਦਾਸ। ਮੱਥਾ ਟੇਕਿਆ, ਮੱਥਾ ਟੇਕ ਕੇ ਅਰਦਾਸ ਕੀਤੀ ਜੀ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਗੁਰੂ ਗਰੀਬ ਨਿਵਾਜ ਮਹਾਨਾ। ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ। ਬੀਚ ਪੁਰਾਨ ਸੁਨਿਓ ਹਮ ਕਾਨਾ। ਮਹਾਰਾਜ ਪੁਰਾਣਾਂ ਦੇ ਵਿੱਚ ਇੰਜ ਲਿਖਿਆ, ਅਸੀਂ ਸੁਣੀ ਪੁਰਾਣਾਂ ਦੀ ਕਥਾ। ਹਾਂਜੀ। ਕਾਸ਼ੀ ਕੀਰ ਮਹਾਤਮ ਭਾਰੇ। ਕੀ ਪੁਰਾਣਾਂ 'ਚ ਲਿਖਿਆ ਵੀ ਕਾਸ਼ੀ ਦਾ ਬੜਾ ਮਹਾਤਮ ਹੈ, ਕਾਂਸ਼ੀਪੁਰ ਦਾ ਬੜਾ ਮਹਾਤਮ ਹੈ। ਸ਼ਿਵ ਜੀ ਦੀ ਨਗਰੀ ਹੈ ਨਾ ਬਨਾਰਸ, ਕਾਂਸ਼ੀ। ਹਾਂਜੀ। ਮਰੇ ਤਹਾਂ ਮੁਕਤੀ ਲੈ ਸਾਰੇ। ਜਿਹੜਾ ਕਾਂਸ਼ੀ 'ਚ ਮਰੇਗਾ ਉਹ ਮੁਕਤ ਹੋ ਜਾਏਗਾ, ਗੱਜ ਕੇ ਆਖੋ। ਦੋ ਗੱਲਾਂ ਪ੍ਰਚਲਿਤ ਸਨ, ਇੱਕ ਜਿਹੜਾ ਮਗਹਰ ਮਰੇਗਾ ਉਹ ਨਰਕਾਂ 'ਚ ਜਾਏਗਾ, ਜਿਹੜਾ ਕਾਂਸ਼ੀ ਮਰੇਗਾ ਉਹ ਮੁਕਤ ਹੋ ਜਾਏਗਾ। ਇਹ ਗੱਲਾਂ ਪ੍ਰਚਲਿਤ ਸਨ। ਭਗਤ ਕਬੀਰ ਜੀ ਉਂਝ ਕਾਂਸ਼ੀ ਦੇ ਲਾਗੇ ਰਹੇ, ਕਾਂਸ਼ੀ 'ਚ ਰਹੇ ਹੈ, ਪਰ ਅੰਤਮ ਸਮਾਂ ਆਇਆ ਤੇ ਮਗਹਰ ਉੱਠ ਕੇ ਚਲੇ ਗਏ।
ਕਹਿੰਦੇ ਮੈਂ ਵੇਖਦਾ ਕਿਵੇਂ ਨਰਕਾਂ 'ਚ ਜਾਣਾ ਹੈ। ਹਾਂਜੀ, शिव के निकट वास को पावै। ਕਹਿੰਦੇ ਜਿਹੜਾ ਕਾਂਸ਼ੀ 'ਚ ਮਰੇਗਾ ਉਹਨੂੰ ਸ਼ਿਵ ਜੀ ਦੇ ਲਾਗੇ ਵਾਸਾ ਮਿਲਦਾ ਹੈ। ਹਾਂਜੀ, जन्म मरण को कष्ट मिटावै। ਜਨਮ ਤੇ ਮਰਨ ਦਾ ਮੁੜ ਕਸ਼ਟ ਮਿਟ ਜਾਂਦਾ ਹੈ। ਹਾਂਜੀ, आप सुधासर ਮਹਿਮਾ ਭਾਖੀ। ਪਰ ਮਹਾਰਾਜ ਪੁਰਾਣਾ 'ਚ ਤੇ ਕਾਂਸ਼ੀ ਦੀ ਮਹੱਤਤਾ ਹੈ, ਤੁਸੀਂ ਅੰਮ੍ਰਿਤਸਰ ਦੀ ਮਹਾਨਤਾ ਦੱਸੀ ਹੈ। ਹਾਂਜੀ, ਸ਼੍ਰੀ ਗ੍ਰੰਥ ਸਾਹਿਬ ਮੈਂ ਰਾਖੀ। ਵਾਹ ਵਾਹ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅੰਮ੍ਰਿਤਸਰ ਦੀ ਮਹਾਨਤਾ ਹੈ। ਹੁਣ ਵੇਖੋ ਅਸੀਂ ਕਿੰਨੇ ਭਾਗਾਣੇ ਆ ਜੀ, ਜਿਸ ਗੁਰੂ ਜੀ ਦੀ ਹਾਜ਼ਰੀ 'ਚ ਬੈਠੇ ਉਹ ਗੁਰੂ ਜੀ ਵੀ ਸਾਡੇ ਸ਼ਹਿਰ ਦੀ ਸਿਫਤ ਕਰਦੇ ਆ। ਹਾਂਜੀ, ਕਹੋ ਮਹਾਤਮ ਹੈ ਇਸ ਜੈਸੇ। ਹਾਂਜੀ, ਨਿਰਣੇ ਕਰਹੁ ਲਹੈ ਸਿਖ ਤੈਸੇ। ਸੱਚੇ ਪਾਤਸ਼ਾਹ ਕੀ ਅੰਮ੍ਰਿਤਸਰ ਵੀ ਕਾਂਸ਼ੀ ਵਰਗਾ ਹੀ ਹੈ? ਮਹਾਰਾਜ ਇਹਦੇ ਬਾਰੇ ਦੱਸੋ ਸਾਨੂੰ। ਹਾਂਜੀ, ਸ਼੍ਰੀ ਅਰਜਨ ਜੀ ਸੁਨਤ ਬਖਾਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਸੁਣਿਆ ਬਚਨ ਕੀਤਾ, ਤੀਰਥ ਰਚਨ ਸੁਧਾਸਰ ਠਾਨਾ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਸਰੋਵਰ ਤੀਰਥ ਹੈ, ਕਹਿਣ ਲੱਗੇ ਦਰਬਾਰ ਸਾਹਿਬ ਤੀਰਥ ਹੈ ਬੜਾ ਵੱਡਾ। ਹਾਂਜੀ, ਇਸ ਕੇ ਗਿਰਦੇ ਦਵਾਦਸ਼ ਕੋਸ। ਹਾਂਜੀ, ਤੀਰਥ ਤੀਨ ਲੋਕ ਕੇ ਜੋਸੋ। ਕਲਯੁਗ ਤੇ ਤਰ ਕਰ ਉਰ ਤਰਾਸ। ਸਗਰੇ ਆਵੈ ਕਰੈ ਨਿਵਾਸ। ਸੁਣ ਲਓ ਮਹਾਰਾਜ ਕਹਿਣ ਲੱਗੇ ਇਸ ਕੇ ਗਿਰਦੇ ਦਵਾਦਸ਼ ਕੋਸ, ਇਹਦੇ 4 ਚੁਫੇਰੇ 12 ਕੋਹ ਤੱਕ ਜੀ। ਆਪਾਂ ਅੰਦਰ ਹੀ ਆ ਜਾਂਦੇ, 12 ਕੋਹ ਬੜਾ ਹੁੰਦਾ ਜੀ। ਇੱਕ ਕੋਹ ਦੇ ਵਿੱਚ ਲਗਭਗ 4 ਕਿਲੋਮੀਟਰ ਹੈ। 12 ਕੋਹ ਤੱਕ ਕਹਿਣ ਲੱਗੇ ਬੜਾ ਵੱਡਾ ਨਗਰ ਵਸਣਾ ਹੈ। ਜਿਹੜੇ ਤਿੰਨਾਂ ਲੋਕਾਂ ਦੇ ਤੀਰਥ ਨੇ, ਹੁਣ 68 ਤੀਰਥ ਤੇ ਇਸ ਲੋਕ ਦੇ ਆ ਨਾ, ਧਰਤੀ ਦੇ ਆ। ਜਿਹੜੇ ਤਿੰਨਾਂ ਲੋਕਾਂ ਦੇ ਤੀਰਥ ਨੇ, ਸਵਰਗ ਵਿੱਚ ਪਤਾਲ 'ਚ ਜਿਹੜੇ ਤਿੰਨਾਂ ਲੋਕਾਂ ਦੇ ਤੀਰਥ ਨੇ, ਉਹ ਵੀ ਕਲਯੁਗ ਤੋਂ ਡਰਦੇ ਹੋਏ ਇੱਥੇ ਹੀ ਆਉਣਗੇ ਸਾਰੇ। ਕਹਿਣ ਲੱਗੇ ਕਿੰਨਾ ਵੱਡਾ ਹਰਮੰਦਰ ਸਾਹਿਬ। ਸਭ ਕੋ ਫਲ ਇਸ ਥਲ ਤੇ ਹੋਏ। ਸਾਰਿਆਂ ਨੂੰ ਇੱਥੇ ਆ ਕੇ ਹੀ ਫਲ ਮਿਲਣਾ। ਮਹਾਰਾਜ ਕਹਿੰਦੇ ਵੇਖੋ ਤੀਰਥਾਂ ਤੇ ਲੋਕ ਚੱਲ ਕੇ ਜਾਂਦੇ ਆ, ਗੁਰੂ ਅਰਜਨ ਸਾਹਿਬ ਕਹਿੰਦੇ ਤੀਰਥ ਚੱਲ ਕੇ ਹਰਮੰਦਰ ਸਾਹਿਬ ਆਉਂਦੇ ਆ ਜੀ। ਕਿੰਨਾ ਫਰਕ ਹੈ ਜੀ। ਇਸ ਕਰਕੇ ਹਰਮੰਦਰ ਸਾਹਿਬ ਦੇ ਬਰਾਬਰ ਹੋਰ ਕੁਝ ਨਹੀਂ ਹੈਗਾ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਾ, ਡਿਠੇ ਸਭੇ ਥਾ, ਡਿਠੇ ਸਭੇ ਥਾ। ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ। ਨਹੀਂ ਤੁਧ ਜਿਹਾ। ਨਹੀਂ ਤੁਧ ਜਿਹਾ। ਡਿਠੇ ਸਭੇ ਥਾਵ, ਡਿਠੇ ਸਭੇ ਥਾ। ਨਹੀਂ ਤੁਧ ਜਿਹਾ। ਨਹੀਂ ਤੁਧ ਜਿਹਾ। ਨਹੀਂ ਤੁਧ ਜਿਹਾ। ਨਹੀਂ ਤੁਧ ਜਿਹਾ। ਇਸੇ ਕਰਕੇ ਬਾਣੀ 'ਚ ਲਿਖਿਆ ਮਹਾਰਾਜ ਨੇ। ਹਾਂਜੀ, ਸਭ ਕੋ ਫਲ ਇਸ ਥਲ ਤੇ ਹੋਏ। ਜਿੰਨੇ ਤੀਰਥ ਨੇ ਸਾਰਿਆਂ ਨੂੰ ਇੱਥੇ ਆ ਕੇ ਫਲ ਮਿਲੇਗਾ। ਬਾਸ ਕਰਹਿ ਇਹ ਠਾ ਨਰ ਜੋਏ। ਜਿਹੜੇ ਇੱਥੇ ਆ ਕੇ ਵਾਸਾ ਕਰਨਗੇ। ਹਾਂਜੀ, ਬੀਚ ਬਨਿਓ ਸੁੰਦਰ ਹਰਮੰਦਰ। ਜਾਂ ਇਸ ਸ਼ਹਿਰ 'ਚ ਜਿਹੜੇ ਲੋਕ ਵਸਣਗੇ। ਹਾਂਜੀ, ਬੀਚ ਬਨਿਓ ਸੁੰਦਰ ਹਰਮੰਦਰ। ਨਿਸ ਦਿਨ ਸਤ ਨਾਮ ਜਿਸ ਅੰਦਰ। ਸ਼੍ਰੀ ਗੁਰ ਕੀ ਬਾਣੀ ਸ਼ੁਭ ਰਰੈ। ਜਿਸ ਮੈਂ ਨਾਮ ਮਹਾਤਮ ਧਰੈ। ਮਹਾਰਾਜ ਕਹਿੰਦੇ ਉਹ ਆ ਕੇ ਜਿਹੜੇ ਦਰਸ਼ਨ ਕਰਿਆ ਕਰਨਗੇ। ਸਰੋਵਰ ਦੇ ਵਿੱਚ ਘਰ ਹਰਮੰਦਰ ਹੈ, ਜਿਹੜੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਿਆ ਕਰਨਗੇ, ਗੁਰੂ ਜੀ ਦੀ ਸ਼ੁਭ ਬਾਣੀ ਨੂੰ ਆਪਣੇ ਮੁਖ ਤੋਂ ਪੜ੍ਹਿਆ ਕਰਨਗੇ, ਜਿਸ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਮਹਾਤਮ ਹੈ। ਹਾਂਜੀ, ਨਾਮ ਰੋ ਨਾਮੀ ਭੇਦ ਨਾ ਕੋਈ। ਉਹ ਫਿਰ ਪਰਮੇਸ਼ਰ ਦਾ ਹੀ ਰੂਪ ਬਣਨਗੇ। ਕਹਿਣ ਲੱਗੇ ਪਰਮੇਸ਼ਰ ਦੇ ਨਾਮ ਵਿੱਚ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਹੈਗਾ। ਹਾਂਜੀ, ਜਾਂ ਤੇ ਬਾਸ ਪਰਮੇਸ਼ਰ ਸੋਈ। ਇੱਥੇ ਨਾਮ ਹੈ
ਨਾਮ ਤੇ ਨਾਮੀ 'ਚ ਫਰਕ ਕੋਈ ਨਹੀਂ ਹੈ। ਇਸ ਕਰਕੇ ਅੰਮ੍ਰਿਤ ਸਰੋਵਰ ਤੀਰਥ ਵਿੱਚ ਰੱਬ ਆਪ ਹੀ ਵਸਦਾ ਹੈ। ਹਰ ਮੰਦਰ ਮਹਿ ਹਰ ਵਸੈ, ਬਾਣੀ ਵਿੱਚ ਲਿਖਿਆ ਹੈ ਜੀ। ਹਾਂਜੀ। ਜਿਮ ਗੰਗਾ ਮੈਂ ਮੁਖ ਹਰਿਦੁਆਰ, ਜਿਵੇਂ ਗੰਗਾ ਵਿੱਚ ਮੁਖ ਹਰਿਦੁਆਰ ਹੈ, ਕਹਿਣ ਲੱਗੇ ਗੰਗਾ ਤੇ ਸਾਰੀ ਹੈ, ਬੜੀ ਲੰਮੀ ਹੈ, ਪਰ ਹਰਿਦੁਆਰ ਹਰ ਕੀ ਪੌੜੀ ਹੈ, ਉੱਥੇ ਮੁੱਖ ਇਸ਼ਨਾਨ ਕਰਦੇ ਸਾਰੇ ਹਨ। ਤਿਮ ਹਰ ਪੌਰ ਇਹਾਂ ਨਿਰਧਾਰ। ਜਿਵੇਂ ਗੰਗਾ ਦੀ ਹਰ ਕੀ ਪੌੜੀ ਹੈ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਰਿਮੰਦਰ ਸਾਹਿਬ ਵਿੱਚ ਵੀ ਹਰ ਕੀ ਪੌੜੀ ਹੈ। ਕਿੰਨੇ ਕਿੰਨੇ ਲਿਆ ਜਲ ਉੱਥੋਂ ਜੀ, ਲਿਆ ਕੇ ਨਹੀਂ ਜੀ, ਭਾਗਾਂ ਵਾਲੇ ਆ ਜੀ। ਹਾਂਜੀ। ਨਿਰਗੁਣ ਰੂਪ ਨਾਮ ਬ੍ਰਹਮ ਗਿਆਨ, ਹਾਂਜੀ। ਸਗੁਣ ਸਰੂਪ ਆਪ ਭਗਵਾਨ। ਮਹਾਰਾਜ ਕਹਿਣ ਲੱਗੇ ਨਿਰਗੁਣ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਸਾਰੀ ਦਿਹਾੜੀ ਇੱਥੇ ਨਾਮ ਜਪਿਆ ਜਾਂਦਾ ਹੈ। ਸਰਗੁਣ ਰੂਪ ਵਿੱਚ ਪਰਮਾਤਮਾ ਆਪ ਹੀ ਬੈਠਾ ਆ ਕੇ। ਮੈਨੂੰ ਅੱਜ ਹੀ ਜਰਮਨ ਤੋਂ ਭਾਈ ਕੁਲਬੀਰ ਸਿੰਘ ਖਰਬੰਦਾ ਜੀ ਦਾ ਫੋਨ ਆਇਆ। ਉਹ ਕਹਿੰਦੇ ਜੀ ਸਾਨੂੰ ਇੱਕ ਗੱਲ ਨਹੀਂ ਸਮਝ ਆਈ। ਮੈਂ ਕਿਹਾ ਜੀ ਕੀ? ਚੰਗੀ ਗੱਲ ਹੈ, ਪੁੱਛਣਾ ਚਾਹੀਦਾ, ਕਥਾ ਸੁਣਦੇ ਹਾਂ। ਜਿਹੜਾ ਸਗੋਂ ਪੁੱਛਦਾ ਹੈ ਪਤਾ ਹੀ ਉਦੋਂ ਪਤਾ ਲੱਗਦਾ ਵੀ ਇਹ ਸੁਣਦਾ ਹੈ ਜੀ। ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਵੇਈ 'ਚ ਗਏ, ਉੱਥੋਂ ਮੂਲ ਮੰਤਰ ਲਿਆਂਦਾ। ਇੰਝ ਹੀ ਹੈ ਨਾ, ਵੇਈ 'ਚ ਗਏ, ਉੱਥੋਂ ਸੱਚਖੰਡ ਚਲੇ ਗਏ, ਮੂਲ ਮੰਤਰ ਲਿਆਂਦਾ, ਪਰਮੇਸ਼ਰ ਦੇ ਕੋਲੋਂ ਲਿਆਂਦਾ। ਨਾਲੇ ਕਹਿੰਦੇ ਤੁਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਹੀ ਪਰਮੇਸ਼ਰ ਨੇ। ਜੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਨੇ ਤੇ ਫਿਰ ਉੱਥੇ ਕਿਹੜੇ ਪਰਮੇਸ਼ਰ ਕੋ ਗਏ? ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤ ਜੀ ਧਿਆਨ ਨਾਲ ਗੱਲ ਸੁਣਿਓ, ਸਾਰਿਆਂ ਦਾ ਸ਼ੰਕਾ ਲੱਥ ਜੇ। ਇੱਕ ਹੈ ਨਿਰਗੁਣ ਪਰਮਾਤਮਾ, ਸੱਚਖੰਡ ਵਿੱਚ ਨਿਰਗੁਣ ਪਰਮੇਸ਼ਰ ਦਾ ਵਾਸ ਹੈ, ਉਹ ਜੋਤ ਸਰੂਪ ਹੈ। ਇੱਕ ਹੈ ਸਰਗੁਣ ਪਰਮਾਤਮਾ, ਦਿਸਣ ਵਾਲਾ ਰੱਬ। ਗੁਰੂ ਨਾਨਕ ਦੇਵ ਸਾਹਿਬ ਦਿਸਣ ਵਾਲੇ ਰੱਬ ਨੇ, ਦਿਸਣ ਵਾਲੇ ਰੱਬ ਨੇ। ਇਹਨੂੰ ਸਮਝਿਓ ਧਿਆਨ ਨਾਲ। ਦੋ ਬੰਦੇ ਇੱਕ ਸੰਸਥਾ ਦੇ ਪ੍ਰਧਾਨ ਨੇ, ਇੱਕ ਦਫ਼ਤਰ 'ਚ ਬਹਿ ਕੇ ਕੰਮ ਕਰਦਾ, ਇੱਕ ਗਰਾਊਂਡ ਲੈਵਲ 'ਤੇ ਕੰਮ ਕਰਦਾ। ਹਾਂਜੀ ਹੈ ਨਾ। ਇੱਕ ਦਫ਼ਤਰ 'ਚ ਬਹਿ ਕੇ ਕੰਮ ਕਰਦਾ, ਉੱਥੇ ਹਿਸਾਬ ਕਿਤਾਬ ਵੇਖਦਾ। ਇੱਕ ਗਰਾਊਂਡ ਲੈਵਲ 'ਤੇ ਆਮ ਲੋਕਾਂ 'ਚ ਵਿਚਰ ਕੇ ਕੰਮ ਕਰਦਾ। ਇੱਕ ਜੋਤ ਸਰੂਪ ਪਰਮੇਸ਼ਰ, ਪਰਮੇਸ਼ਰ ਦਾ ਇੱਕ ਰੂਪ ਜੋ ਜੋਤ ਸਰੂਪ ਹੈ ਉਹ ਸੱਚਖੰਡ ਵਿੱਚ ਹੈ। ਦੂਜਾ ਰੂਪ ਜੋ ਸਾਧ ਸੰਗਤ ਦੀ ਸਰਗੁਣ ਹੈ, ਸਰੀਰ ਕਰਕੇ ਹੈ, ਉਹ ਧਰਤੀ 'ਤੇ ਹੈ। ਉਹਦਾ ਹੀ ਨਾਮ ਗੁਰੂ ਅਰਜਨ ਦੇਵ ਜੀ ਹੈ। ਭੱਟਾਂ ਨੂੰ ਸਮਝ ਸੀ। ਉਹ ਕਹਿੰਦੇ ਧਰਨ ਗਗਨ, ਧਰਨ ਧਰਤੀ ਨੂੰ ਕਹਿੰਦੇ ਆ, ਗਗਨ ਅਸਮਾਨ ਨੂੰ ਕਹਿੰਦੇ। ਧਰਨ ਗਗਨ ਨਵ ਖੰਡ ਮੈਂ ਹੈ, 9 ਖੰਡਾਂ ਵਿੱਚ ਜੋਤ ਸਵਰੂਪੀ ਰਹਿਓ ਭਾਰ। ਸਾਰੀਆਂ ਥਾਵਾਂ ਤੇ ਜਿਹਦੀ ਜੋਤ ਜਗ ਰਹੀ ਹੈ ਉਹ ਕੌਣ ਹੈ? ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਨੇ ਜੋਤ ਰੂਪ ਹੋ ਕੇ ਵੀ ਵਿਚਰ ਰਹੇ ਹੈ, ਤਨ ਧਾਰ ਕੇ ਵੀ ਵਿਚਰ ਰਹੇ ਹੈ। ਹੁਣ ਦਰਬਾਰ ਸਾਹਿਬ ਕੀ ਖੇਡ ਹੈ? ਗੁਰੂ ਅਰਜਨ ਸਾਹਿਬ ਕਹਿੰਦੇ ਸੁਣੋ, ਕਹਿੰਦੇ ਇੱਕ ਨਿਰਗੁਣ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਨਾਮ ਨਾਲ। ਇੱਥੇ ਨਾਮ ਵੀ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਪਰਮੇਸ਼ਰ ਦਾ ਸਰਗੁਣ ਸਰੂਪ ਆਪ ਭਗਵਾਨ ਵੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਦੇ। ਨਿਰਗੁਣ ਸਰਗੁਣ ਦੋਵੇਂ ਹੀ ਰੂਪ ਨੇ। ਹਾਂਜੀ। ਦੋਨੋਂ ਬਾਸ ਕਰੈ ਇਸ ਮੈਂ। ਮਹਾਰਾਜ ਕਹਿਣ ਲੱਗੇ ਇੱਥੇ ਤੇ ਦੋਵਾਂ ਦਾ ਹੀ ਵਾਸਾ ਹੈ। ਹਾਂਜੀ। ਮੱਜਤ ਦਰਸਤ ਅਗ ਰਹਿ ਕਿਸ ਮੈਂ। ਇਸ਼ਨਾਨ ਕਰਕੇ ਜਿਹੜਾ ਦਰਸ਼ਨ ਕਰੇਗਾ, ਦੱਸੋ ਕਿਹਦੇ 'ਚ ਪਾਪ ਰਹਿ ਜਾਣਗੇ? ਕਹਿਣ ਲੱਗੇ। ਹਾਂਜੀ। ਦਿਨ ਪ੍ਰਤ ਬਸੈ ਬਧੈ ਅਧਿਕਾਏ। ਹਾਂ, ਦਿਨ ਪ੍ਰਤ ਬਸਹਿ ਬਧੈ ਅਧਿਕਾਏ। ਹਰ ਰੋਜ਼ ਇਹ ਵਸੇਗਾ, ਜ਼ਿਆਦਾ ਵਸੇਗਾ, ਵੱਧਦਾ ਜਾਏਗਾ। ਸੰਗਤ ਜੀ ਅੰਮ੍ਰਿਤਸਰ ਵੱਧਦਾ ਹੀ ਜਾ ਰਿਹਾ ਹੈ। ਹਾਂਜੀ। ਲక్ష్ਮੀ ਸ਼ਰਨ ਬਸੈ ਇਸ ਆਏ। ਲక్ష్ਮੀ ਵੀ ਇੱਥੇ ਹੀ ਆ ਕੇ ਝੁਕ ਜਾਏਗੀ। ਕਿੰਨੀ ਲక్ష్ਮੀ ਚੜ੍ਹਦੀ ਹੈ।
ਮਹਾਰਾਜ ਕਲਗੀਧਰ ਕਹਿੰਦੇ ਆ, ਤੁਮਰੀ ਮਹਿਮਾ ਅਪਰ ਅਪਾਰਾ, ਲక్ష్ਮੀ ਖੜੀ ਤੁਮਰੇ ਦੁਆਰਾ। ਦਰਬਾਰਾ। ਕਹਿੰਦੇ ਮਹਾਰਾਜ ਤੁਹਾਡੇ ਘਰ ਤੇ ਲక్ష్ਮੀ ਵੀ ਖੜੀ ਹੈ। ਹਾਂਜੀ। ਜਹੈ ਸ਼੍ਰੀ ਕਰਤਾ ਪੁਰਖ ਅਕਾਲ, ਹਾਂ। ਬਿਦ ਸ਼ਿਵ ਬਸੈ ਪ੍ਰਭੂ ਕੇ ਨਾਲ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਜਿੱਥੇ ਕਰਤਾ ਪੁਰਖ ਆਪ ਹੋਵੇ ਨਾ, ਜਿੱਥੇ ਰੱਬ ਆਪ ਹੋਵੇ, ਉੱਥੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਆਪੇ ਹੀ ਆ ਜਾਂਦੇ ਹੈ। ਦਰਬਾਰ ਸਾਹਿਬ ਤੇ ਕਰਤਾ ਪੁਰਖ ਆਪ ਹੈ। ਉਹ ਸੁਣਿਆ ਸੀ ਨਾ ਜੋਧਾ ਤੇ ਢੇਸੀ ਜੀ ਹੋਣਾ ਕਿਹਾ ਸੀ, ਮਹਾਰਾਜ ਹਰਦੁਆਰ ਬਿਸ਼ਨਪੁਰੀ, ਕਾਸ਼ੀ ਸ਼ਿਵਪੁਰੀ, ਅਸੀਂ ਅੰਮ੍ਰਿਤਸਰ ਨੂੰ ਮੰਨਦੇ ਹਾਂ, ਇਹ ਕਿਹਦੀ ਪੁਰੀ ਹੈ? ਮਹਾਰਾਜ ਕਹਿੰਦੇ ਹਰਦੁਆਰ ਬਿਸ਼ਨਪੁਰੀ, ਕਾਸ਼ੀ ਸ਼ਿਵਪੁਰੀ, ਅੰਮ੍ਰਿਤਸਰ ਹਰੀ ਦੀ ਪੁਰੀ ਹੈ। ਕਹਿਣ ਲੱਗੇ ਰੱਬ ਦੀ ਪੁਰੀ ਹੈ। ਹਾਂਜੀ। ਪੁੰਨ ਸੁਰ ਐਸੋ ਕੋਈ ਨਾ ਹੈ, ਫਿਰ ਕੋਈ ਦੇਵਤਾ ਐਸਾ ਨਹੀਂ ਰਹਿ ਜਾਂਦਾ ਆਨ ਇਹਾਂ ਨਹਿ ਬਾਸੋ ਲਹੈ। ਜੋ ਦਰਬਾਰ ਸਾਹਿਬ ਆ ਕੇ ਵਾਸਾ ਨਹੀਂ ਕਰਦਾ। ਜਿੱਥੇ ਰੱਬ ਹੈ ਉੱਥੇ ਸਾਰੇ ਦੇਵਤੇ ਵੀ ਆ ਜਾਂਦੇ ਹੈ। ਹੁਣ ਇੱਕ ਦੇਵਤੇ ਕੋ ਜਾਣਾ ਹੈ ਕਿ ਸਾਰਿਆਂ ਕੋਈ ਜਾਣਾ ਹੈ? ਤੇ ਰੱਬ ਜਿੱਥੇ ਹੈ ਉੱਥੇ ਸਭ ਦੇਵਤੇ ਨੇ। ਹਾਂਜੀ। ਹਰ ਕੇ ਨਿਕਟ ਅਧਿਕ ਫਲ ਸਾਰੇ। ਕਿਸੇ ਦੇਵਤੇ ਕੋ ਕੋਈ ਫਲ ਹੋਏਗਾ, ਕਿਸੇ ਕੋਲ ਕੋਈ ਫਲ ਹੋਏਗਾ, ਕਿਸੇ ਕੋਲ ਕੋਈ ਫਲ ਹੋਏਗਾ। ਮਹਾਰਾਜ ਕਹਿੰਦੇ ਰੱਬ ਕੋਲ ਸਾਰੇ ਹੀ ਫਲ ਨੇ। ਰੱਬ ਤੇ ਰੱਬ ਹੀ ਹੈ ਨਾ। ਸਿੱਧੀ ਜੀ ਇੱਕ ਮੋਟੀ ਜੀ ਉਦਾਹਰਣ ਦੇਣਾ, ਤੁਸੀਂ ਕੈਨੇਡਾ ਚਲੇ ਜਾਓ, ਉੱਥੋਂ ਦੇ ਕਿਸੇ ਅੰਗਰੇਜ਼ ਨੂੰ ਪੁੱਛੋ ਵੀ ਤੂੰ ਸ਼ਿਵ ਭਗਵਾਨ ਨੂੰ ਜਾਣਦਾ? ਉਹ ਕਹੇਗਾ ਨਹੀਂ। ਤੂੰ ਵਿਸ਼ਨੂੰ ਭਗਵਾਨ ਨੂੰ ਜਾਣਦਾ? ਉਹ ਕਹੇਗਾ ਨਹੀਂ। ਉਹਨੂੰ ਪੁੱਛੋ ਤੂੰ ਗੋਡ ਨੂੰ ਜਾਣਦਾ? ਕਹੇਗਾ ਹਾਂ, ਗੋਡ ਨੂੰ ਮੈਂ ਜਾਣਦਾ। ਇੰਨਾ ਫਰਕ ਹੈ। ਦੇਵਤਿਆਂ ਦੇ ਕੋਲ ਕਈ ਫਲ ਹਨ, ਕਈ ਨਹੀਂ ਹਨ। ਰੱਬ ਕੋਲ ਸਾਰੇ ਹੀ ਫਲ ਨੇ। ਬਾਣੀ 'ਚ ਹੈ, ਤੁਮ ਕਹੀਅਤ ਹੋ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਕਹਿੰਦੇ ਮੁਕਤੀ ਅਰੀ ਤੂੰ ਕਿੱਥੇ ਜਾਨੀ ਹੈ? ਰੱਬ ਕੋਲ ਸਾਰੇ ਹੀ ਫਲ ਨੇ। ਇਸ ਕਰਕੇ ਹਰਿਮੰਦਰ ਸਾਹਿਬ ਹਰੀ ਵਸਦਾ ਹੈ, ਰੱਬ ਵਸਦਾ ਹੈ। ਅਪਰ ਨਾ ਕੋ ਸਮਤਾ ਇਸ ਧਾਰੇ। ਵਾਹ ਵਾਹ। ਕੋਈ ਵੀ ਤੀਰਥ ਅਸਥਾਨ, ਕੋਈ ਵੀ ਦਰਬਾਰ ਸਾਹਿਬ ਦੀ ਬਰਾਬਰੀ ਕਰ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਕਹੋ ਡਿਠੇ ਸਭੇ ਥਾਂ, ਡਿਠੇ ਸਭੇ ਥਾਂ। ਗੱਜ ਕੇ ਡਿਠੇ ਸਭੇ ਨਹੀਂ ਤੁਧ ਜਿਹਾ, 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 ਨਹੀਂ ਤੁਧ ਜਿਹਾ। ਡਿਠੇ ਸਭੇ ਥਾਂ, ਡਿਠੇ ਸਭੇ ਥਾਂ। ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਅਪਰ ਨਾ ਕੋ ਸਮਤਾ ਇਸ ਧਾਰੇ। ਕੋਈ ਵੀ ਦਰਬਾਰ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦਾ। ਹਾਂਜੀ। ਹਰ ਮੰਦਰ ਮੈਂ ਨਿਤ ਸਤਨਾਮ। ਕਿਉਂ? ਹਰ ਮੰਦਰ ਮਹਿ ਨਿਤ ਸਤਨਾਮ। ਇੱਥੇ ਰੋਜ਼ ਰੱਬ ਦਾ ਹੀ ਨਾਮ ਹੈ। ਹਾਂਜੀ। ਸਿਮਰਹਿ ਸੁਨਹਿ ਸੋ ਮਨ ਬਿਸਰਾਮ। ਜਿਹੜੇ ਸਿਮਰਦੇ ਆ, ਸੁਣਦੇ ਆ, ਉਹਨਾਂ ਦੇ ਮਨ ਟਿਕ ਜਾਂਦੇ ਆ। ਹਾਂਜੀ। ਕਰਤ ਪ੍ਰੇਮ ਕੋ ਸ਼ੇਮ ਲਹਾਗੇ। ਜਿਹੜੇ ਪ੍ਰੇਮ ਕਰਦੇ ਆ ਉਹਨਾਂ ਨੂੰ ਮੁਕਤੀ ਮਿਲਦੀ ਹੈ। ਜਿਹੜੇ ਨਾਮ ਜਪ ਕੇ ਇਸ ਸਥਾਨ ਨਾਲ ਪ੍ਰੇਮ ਕਰਨਗੇ। ਹਾਂਜੀ। ਬ੍ਰਹਮ ਗਿਆਨ ਤੇ ਕਸ਼ਟ ਦਹਾਂਗੇ। ਵਾਹ। ਇੱਥੋਂ ਤੇ ਬ੍ਰਹਮ ਗਿਆਨੀ ਬਣਨਗੇ। ਮਹਾਰਾਜ ਕਹਿਣ ਲੱਗੇ ਇੱਥੇ ਤੇ ਬ੍ਰਹਮ ਗਿਆਨ ਦੀਆਂ ਦਾਤਾਂ ਹਰਿਮੰਦਰ ਸਾਹਿਬ ਚੋਂ ਮਿਲਦੀਆਂ ਨੇ। ਇੱਥੇ ਤਾਂ ਸੰਗਤ ਜੀ ਦਰਬਾਰ ਸਾਹਿਬ ਝਾੜੂ ਫੇਰਨ ਵਾਲਿਆਂ ਵਿੱਚ ਵੀ ਬੜੀਆਂ ਤਾਕਤਾਂ। ਉਹ ਮੈਂ ਸੁਣ ਕੇ ਹੈਰਾਨ ਹੋ ਗਿਆ ਜੀ। ਕੌਲਿਆਂ ਤੇ ਸੇਵਾ ਕਰਦਾ ਹੈਗਾ ਜੀ, ਉਹ ਥੋੜ੍ਹਾ ਜਿਹਾ ਉੱਚੀ ਬੋਲ ਬੈਠਾ ਜੀ, ਤੇ ਨਾਲ ਦਾ ਕਹਿੰਦਾ ਵੀ ਚੁੱਪ ਰਹਿ, ਉੱਚੀ ਨਾ ਬੋਲ। ਉਹ ਕਹਿੰਦਾ ਮੈਂ ਤੇ ਜਾਣਾ ਸੱਚਖੰਡ, ਰੋਕ ਲਾ, ਨਾ ਰੋਕਣਾ ਹੀ ਮੈਨੂੰ, ਮੈਂ ਤੇ ਉੱਚੀ ਬੋਲ ਕੇ ਹੀ ਜਾਊਂਗਾ। ਅੱਜ ਕੇ ਆਖੋ
ਕਿਉਂ ਸੇਵਾ ਕਰਦਾ ਜੀ, ਸੇਵਾ ਵਾਲਿਆਂ ਨੂੰ ਮਾਣ ਹੁੰਦਾ ਜੀ। ਹਾਂਜੀ, ਤੀਨੋਂ ਤਾਪ ਨਿਵਾਰਨ ਕਰੈ। ਮਹਾਰਾਜ ਕਹਿੰਦੇ ਇੱਥੇ ਤੇ ਤਿੰਨੋਂ ਹੀ ਤਾਪ ਦੂਰ ਹੋਣਗੇ, ਆਦ ਵਿਆਦ ਉਪਾਦ। ਅੰਤਹ ਕਰਨ ਮਹਾ ਮਲ ਹਰੈ। ਇਥੋਂ ਦੀ ਸੇਵਾ ਕਰਨ ਵਾਲਿਆਂ ਦੇ ਮਨ, ਬੁੱਧ, ਚਿੱਤ, ਹੰਕਾਰ ਸਭ ਸ਼ੁੱਧ ਹੋ ਜਾਣਗੇ। ਬ੍ਰਹਮ ਗਿਆਨ ਕੋ ਲਹਿ ਨਿਸ਼ਕਾਮ। ਜਿਹੜੇ ਬਿਲਕੁਲ ਕਾਮਨਾ ਨਹੀਂ ਰੱਖਣਗੇ, ਸੇਵਾ ਕਰਨਗੇ, ਬ੍ਰਹਮ ਗਿਆਨੀ ਬਣਨਗੇ। ਪੁਰਹਿ ਕਾਮਨਾ ਕੋ ਸਹਿ ਕਾਮ। ਜਿਹੜੀ ਕਾਮਨਾ ਰੱਖਣਗੇ ਪੂਰੀ ਹੋਏਗੀ। ਅੰਮ੍ਰਿਤ ਵੇਲੇ ਉੱਥੇ ਸੇਵਾ ਕਰਦੇ ਰਾਤ ਦੀ ਪ੍ਰੇਮੀ, ਕਈ ਪ੍ਰੇਮੀਆਂ ਦੱਸਿਆ, ਕਹਿੰਦੇ ਗਿਆਨੀ ਜੀ ਸਾਈਕਲ ਲੈਣ ਦੇ ਪੈਸੇ ਨਹੀਂ ਹੁੰਦੇ। ਦਰਬਾਰ ਸਾਹਿਬ ਦੀ ਸੇਵਾ ਕੀਤੀ ਹੈ, ਦਿੱਲੀ ਤੱਕ ਵੀ ਜਾਣਾ ਹੋਵੇ ਜਹਾਜ਼ ਤੇ ਹੀ ਜਾਈਦਾ ਹੈ। ਕਹਿੰਦੇ ਕਿੰਨੀਆਂ ਮੇਰਾ। ਹਾਂਜੀ, ਅੰਮ੍ਰਿਤਸਰ ਪਰਕਰਮਾ ਮਾਹੇ। ਦਰਬਾਰ ਸਾਹਿਬ ਦੀਆਂ ਜਿਹੜੀਆਂ ਪਰਕਰਮਾਂ ਨੇ ਜੀ, ਹਾਂਜੀ, ਪਗ ਪਗ ਮੈਂ 100 ਤੀਰਥ ਆਹੇ। ਵਾਹ 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 ਵਾਹ, ਲਓ ਜੀ ਕਮਾਲ ਹੀ ਕਰਤੀ ਗੁਰੂ ਅਰਜਨ ਸਾਹਿਬ ਨੇ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਗੱਜ ਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇੱਕ ਇੱਕ ਪੈਰ ਤੇ 100 ਤੀਰਥ ਨੇ। ਕਹਿਣ ਦੇ ਕਿ ਇੰਨੇ ਤੀਰਥ ਇਸ ਸਮੇਂ ਗੁਪਤ ਰੂਪ ਵਿੱਚ ਹਰਿਮੰਦਰ ਸਾਹਿਬ ਆਏ ਹੋਏ। ਹਾਂਜੀ, ਸੂਖਮ ਰੂਪ ਧਾਰ ਤਟ ਰਹੈ। ਹਾਂ, ਉਹ ਸੂਖਮ ਰੂਪ ਧਾਰ ਕੇ ਕੰਢੇ ਤੇ ਹੀ ਰਹਿੰਦੇ ਆ ਕਹਿਣਗੇ ਸਰੋਵਰ ਦੇ। ਹੁਣ ਸਾਨੂੰ ਵੇਖਦਾ ਨਹੀਂ ਨਾ, ਜਿਨ੍ਹਾਂ ਨੂੰ ਵੇਖਦਾ ਉਹ ਦੱਸ ਰਹੇ ਨੇ। ਨਿਜ ਨਿਜ ਪਾਵਨਤਾ ਕੋ ਚਹੈ। ਪਵਿੱਤਰਤਾ ਚਾਹੁੰਦੇ ਆ ਸਾਰੇ ਤੀਰਥ, ਤਾਂ ਆਉਂਦੇ। ਇੱਕ ਪੈਰ ਰੱਖਦੇ ਆ, 100 ਤੀਰਥਾਂ ਦੇ ਉੱਤੇ ਸਾਡਾ ਪੈਰ ਹੁੰਦਾ ਉੱਥੇ। ਕਿੰਨੀ ਮਹਾਨ ਉਹ ਅਸਥਾਨ ਜਗ੍ਹਾ ਹੈ। ਹੀਰੇ ਜੜੇ ਹੋਏ ਨੇ ਉੱਥੇ, ਗੁਰਸਿੱਖਾਂ ਦੇ ਸਿਰ ਲੱਗੇ ਆ। ਮੰਨ ਲਓ ਪਰਕਰਮਾਂ 'ਚ ਹੀਰੇ ਹੀ ਜੜੇ ਹੋਏ ਨੇ ਜੀ। ਸੋ ਮਹਾਰਾਜ ਜੀ ਕਿਰਪਾ ਕਰਨ, ਦਰਬਾਰ ਸਾਹਿਬ ਦੇ ਦਰਸ਼ਨ ਕਰਿਆ ਕਰੀਏ, ਉੱਥੇ ਇਸ਼ਨਾਨ ਕਰਿਆ ਕਰੀਏ, ਨੇਮ ਬਣਾਈਏ, ਸਾਡਾ ਭਲਾ ਹੋਵੇ। ਗਰੀਬ ਨਵਾਜ ਸਾਡੇ ਤੇ ਮਿਹਰਾਂ ਕਰਨ, ਕਿਰਪਾ ਕਰਨ। ਜਪੋ ਸਾਰੇ ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰਾਂ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।